ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਅੱਜ ਕੱਲ੍ਹ ਸਭ ਕੁਝ ਡਿਜੀਟਲ ਹੈ। ਕੋਈ ਵੀ ਪੇਮੈਂਟ ਕਰਨੀ ਹੋਵੇ, ਇੰਟਰਨੈਟ ਬੈਂਕਿੰਗ ਡਿਜੀਟਲ ਹੈ। ਕਰੰਸੀ ਦੀ ਟ੍ਰਾਂਜੈਕਸ਼ਨ ਡਿਜੀਟਲ ਹੈ। ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਪੈਸੇ ਭੇਜਣੇ ਹੋਣ, ਡਿਜੀਟਲ ਹੈ। ਇਹ ਸਭ ਕੁਝ ਡਿਜੀਟਲ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ। ਇੱਕ ਟੈਕਨੀਕਲ ਬ੍ਰੇਨ ਨੇ, ਇੱਕ ਕੰਪਿਊਟਰ ਸਾਇੰਟਿਸਟ ਨੇ ਇੱਕ ਵਾਰੀ ਮੈਨੂੰ ਇੱਕ ਬੜੀ ਰਹੱਸ ਦੀ ਗੱਲ ਦੱਸੀ, ਇੱਕ ਸੀਕ੍ਰੇਟ ਦੱਸਿਆ। ਕਹਿੰਦਾ ਮੰਨ ਲਓ ਸਾਰੀ ਦੁਨੀਆ ਦੀਆਂ ਸਾਰੀਆਂ ਏਜੰਸੀਆਂ, ਮਨੀ ਟ੍ਰਾਂਜੈਕਸ਼ਨ, ਸਾਰੀ ਬੈਂਕਿੰਗ ਡਿਜੀਟਲ ਹੈ, ਸਭ ਇੰਟਰਲਿੰਕਡ ਨੇ, ਆਪਸ ਦੇ ਵਿੱਚ ਕਾਰੋਬਾਰ ਹੋ ਰਿਹਾ। ਮੈਂ ਕਿਹਾ ਓਕੇ। ਸੋ ਕੀ ਹੁੰਦਾ ਕਿ ਪੂਰੀ ਦੁਨੀਆ ਦੀ ਇਲੈਕਟ੍ਰਿਸਿਟੀ, ਬੱਤੀ ਚਲੀ ਜਾਂਦੀ, ਗੁੱਲ ਹੋ ਜਾਂਦੀ। 2 ਦਿਨ ਵਾਸਤੇ ਪੂਰੀ ਦੁਨੀਆ ਹਨੇਰੇ ਵਿੱਚ ਹੈ। ਸਭ ਕੁਝ ਡਿਜੀਟਲ ਹੈ। ਇਸ ਕਰਕੇ ਉਹ ਸਾਰੀਆਂ ਟ੍ਰਾਂਜੈਕਸ਼ਨਸ, ਮਨੀ ਦਾ ਲੈਣ ਦੇਣ, ਟ੍ਰਾਂਸਫਰਸ, ਇੱਕ ਦੇਸ਼ ਤੋਂ ਦੂਸਰੇ ਦੇਸ਼ ਮਨੀ ਭੇਜਣਾ, ਆਪਸ ਦੇ ਵਿੱਚ ਦੇਸ਼ ਦੇ ਅੰਦਰ ਲੋਕਲ ਟ੍ਰਾਂਜੈਕਸ਼ਨਸ ਸਭ ਬੰਦ ਹੋ ਗਈਆਂ ਕਿਉਂਕਿ ਬੱਤੀ ਚਲੀ ਗਈ ਹੈ। ਓਕੇ, ਸਭ ਕੁਝ ਹਨੇਰੇ ਵਿੱਚ ਹੈ। ਮੈਂ ਕਿਹਾ ਜੀ ਓਕੇ, ਦੈਨ ਵਾਟ। 2 ਦਿਨ ਬਾਅਦ ਜਦੋਂ ਬੱਤੀ ਆਉਂਦੀ ਹੈ ਤਾਂ ਕੀ ਹੁੰਦਾ ਹੈ ਕਿ ਕਿਸੇ ਦੇ ਬੈਂਕ ਅਕਾਊਂਟ ਮਿਲਦੇ ਹੀ ਨਹੀਂ ਪਏ। ਅਕਾਊਂਟ ਕਿੱਥੇ ਗਏ? ਸਭ ਗਾਇਬ ਹੋ ਗਏ, ਉੜ ਗਏ। ਉਹ ਮੈਂ ਕਿਹਾ ਤਾਂ ਬਹੁਤ ਵੱਡੀ ਸਮੱਸਿਆ ਹੋ ਗਈ, ਕਿਉਂਕਿ ਹਮੇਸ਼ਾ ਬਜ਼ੁਰਗ ਕਹਿੰਦੇ ਨੇ ਟੇਕ ਵੈਰੀ ਗੁੱਡ ਕੇਅਰ ਆਫ ਯੋਰ ਮਨੀ। ਤਾਂ ਮਨੀ ਤੋਂ ਗਾਇਬ ਕਰ ਦਿੱਤੀ ਤੁਸੀਂ ਸਾਰੀ ਡਿਜੀਟਲ ਕਰਕੇ, ਬੱਤੀ ਗੁੱਲ ਕਰਕੇ। ਤੇ ਹੁਣ ਆਪਣੇ ਬੈਂਕ ਅਕਾਊਂਟਸ ਕਿੱਥੋਂ ਲੱਭੀਏ, ਮਨੀ ਦੀਆਂ ਟ੍ਰਾਂਜੈਕਸ਼ਨਸ ਕਿੱਥੋਂ ਹੋਣ? ਕਹਿੰਦਾ ਪਤਾ ਨਹੀਂ। ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ ਹੈ ਕਿ ਜੇ ਇਹ ਸਾਰੀ ਬੱਤੀ ਫੇਲ ਹੋ ਜਾਏ ਔਰ ਸਭ ਕੁਝ ਡਿਜੀਟਲ ਹੋਵੇ, ਫਿਰ ਉਹਦੇ ਕੀ ਕੌਨਸੀਕੁਐਂਸਿਸ ਹੋਣਗੇ, ਉਹਦੇ ਕੀ ਨਤੀਜੇ ਨਿਕਲਣਗੇ, ਉਹਦੇ ਕੀ ਰਿਜ਼ਲਟ ਹੋਣਗੇ। ਬਿਜ਼ਨਸ ਦਾ ਕੀ ਹਾਲ ਹੋਏਗਾ, ਲੋਕਾਂ ਦੇ ਜੀਵਨ ਦਾ ਕੀ ਹਾਲ ਹੋਏਗਾ, ਫਿਰ ਪੈਸਾ ਕਿੱਥੋਂ ਲਿਆਉਣਾ? ਨਾਰਮਲ ਕਰੰਸੀ ਹੋਵੇ, ਨਾਰਮਲ ਕਰੰਸੀ ਤੇ ਸਾਡੀ ਜੇਬਾਂ 'ਚ ਆ, ਸਾਡੇ ਕੋਲ ਹੈਗੀ ਆ, ਪਰ ਇਹ ਸਾਰੀ ਕਰੰਸੀ ਡਿਜੀਟਲ ਹੈ, ਈ ਕਰੰਸੀ ਹੈ। ਦੈਨ ਵਾਟ? ਕੀ ਕਰਾਂਗੇ? ਮੈਂ ਕਿਹਾ ਯਾਰ ਇਹ ਤੇ ਤੁਸੀਂ ਮੈਨੂੰ ਬੜਾ ਚੱਕਰ 'ਚ ਪਾ ਦਿੱਤਾ, ਕਿਉਂਕਿ ਇੱਦਾਂ ਤਾਂ ਸਾਰਿਆਂ ਦੇ ਹੱਥ ਖੜੇ ਹੋ ਜਾਣਗੇ, ਕਿਸੇ ਨੂੰ ਕੁਝ ਵੀ ਨਹੀਂ ਸੋਚਣਾ, ਕਿਸੇ ਨੂੰ ਕੁਝ ਵੀ ਨਹੀਂ ਲੱਭਣਾ, ਤੇ ਕਿੱਦਾਂ ਸਰਵਾਈਵ ਕਰਾਂਗੇ ਫਿਰ ਪਲੈਨਟ ਦੇ ਉੱਤੇ? ਦੈਟ ਇਜ਼ ਦਾ ਬਿਗੇਸਟ ਕੁਐਸਚਨ। ਇਸ ਬਾਰੇ ਸੋਚਣਾ ਚਾਹੀਦਾ। ਇਸ ਵਾਸਤੇ ਇੱਕ ਫਿਲਮ ਬਣਾਉਣੇ ਆ ਇਹਦੇ ਉੱਤੇ। ਮੈਂ ਕਿਹਾ ਬਸ ਜੀ ਤੁਸੀਂ ਰਹਿਣ ਦਿਓ, ਤੁਸੀਂ ਡਰਾਓਗੇ ਸਾਨੂੰ ਸਾਰਿਆਂ ਨੂੰ, ਪਰ ਇਸ ਡਰ ਨੂੰ ਦੂਰ ਕਿਵੇਂ ਕਰੀਏ? ਵਾਕਈ ਇੱਕ ਸਵਾਲ ਤੇ ਦਿਮਾਗ 'ਚ ਆਉਂਦਾ ਹੈ ਕਿ ਜੇ ਬਿਜਲੀ ਦੇ ਨਾਲ ਹੀ ਸਭ ਕੁਝ ਹੁੰਦਾ, ਸਭ ਕੁਝ ਈ ਟ੍ਰਾਂਜੈਕਸ਼ਨਸ ਨੇ, ਈ ਮਨੀ ਹੈ, ਤਾਂ ਉਹਦੇ ਵਿੱਚ ਜੇ ਇੱਦਾਂ ਦੀ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ, ਜੇ ਕਿਸੇ ਦੇ ਦਿਮਾਗ 'ਚ ਇਹ ਗੱਲ ਆਈ ਹੈ ਤੇ ਇਹ ਖਤਰਾ ਹੈ, ਇਹ ਹੋ ਵੀ ਸਕਦਾ ਹੈ। ਪਰ ਭਾਵੇਂ ਇਹ ਇੱਕ ਫਿਕਸ਼ਨ ਹੈ, ਇੱਕ ਕਲਪਨਾ ਹੈ, ਚਲੋ ਜੋ ਵੀ ਹੈ, ਇੱਕ ਗੱਲ ਉਹਦੇ ਦਿਮਾਗ 'ਚ ਆਈ, ਉਹਦਾ ਸੋਲਿਊਸ਼ਨ ਕੀ ਹੈ, ਉਸ ਬਾਰੇ ਗੱਲਬਾਤ ਕਰਦੇ ਹਾਂ। ਐਕਸਪਰਟ ਮੇਰੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ, ਡਾਕਟਰ ਰਾਜੀਵ ਖੋਸਲਾ, ਜਾਣੇ ਮਾਣੇ ਇਕੋਨੋਮਿਸਟ। ਵੈਲਕਮ ਟੂ ਦਾ ਸ਼ੋ ਰਾਜੀਵ ਜੀ। ਮਿਹਰਬਾਨੀ ਜੀ ਖੰਨਾ ਸਾਹਿਬ। ਸੋ ਖੋਸਲਾ ਸਾਹਿਬ, ਅੱਜ ਆਪਾਂ ਡਿਜੀਟਲ ਖੇਡਦੇ ਹਾਂ। ਸੋ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇੱਕ ਨਾਰਮਲ ਕਰੰਸੀ ਅਸੀਂ ਸਾਰੇ ਯੂਜ਼ ਕਰਦੇ ਹਾਂ, ਇੱਕ ਹੁੰਦੀ ਹੈ ਈ ਕਾਮਰਸ, ਈ ਕਰੰਸੀ, ਈ ਮਨੀ। ਇਹ ਫਰਕ ਕੀ ਹੈ ਇਹਦੇ ਵਿੱਚ? ਜਿਹੜੀ ਅਸੀਂ ਮੌਜੂਦਾ ਕਰੰਸੀ ਯੂਜ਼ ਕਰ ਰਹੇ ਹਾਂ, ਜੋ ਹੁਣ ਵਰਤੋਂ ਦੇ ਵਿੱਚ ਸਾਰਿਆਂ ਦੇ ਕੋਲ ਹੈ, ਸਭ ਦੀਆਂ ਜੇਬਾਂ ਦੇ ਵਿੱਚ ਹੈ, ਬੈਂਕਾਂ ਦੇ ਵਿੱਚ ਹੈ, ਇਹਨੂੰ ਆਪਾਂ ਫਿਜ਼ੀਕਲ ਫਾਰਮ ਕਹਿੰਦੇ ਹਾਂ। ਇਹ ਕਰੰਸੀ ਦੀ ਇੱਕ ਫਿਜ਼ੀਕਲ ਫਾਰਮ ਹੈਗੀ ਹੈ, ਜਿਹਦੇ ਉੱਤੇ ਸਾਡੇ ਕੋਲ ਨੋਟ ਹੈ ਜਾਂ ਸਾਡੇ ਕੋਲ ਸਿੱਕੇ ਦਿੱਤੇ ਹੋਏ ਆ, ਉਹਦੇ ਉੱਤੇ ਇਨਸਕ੍ਰਾਈਬਡ ਹੈ, ਖੁਦਿਆ ਹੋਇਆ ਹੈ ਕਿ मैं धारक को इतने रुपए अदा करने का वचन देता हूं। ਇਹ ਇੱਕ ਮੋਹਰ ਹੈ ਸਾਡੇ ਉੱਤੇ। ਅਸੀਂ ਉਸ ਪੈਸੇ ਨੂੰ ਲੈ ਕੇ ਜਿੱਥੇ ਵੀ ਜਾਂਦੇ ਆ, ਕੋਈ ਵੀ ਉਹਨੂੰ ਡਿਨਾਈ ਨਹੀਂ ਕਰ ਸਕਦਾ, ਨੈਸ਼ਨਲੀ ਜਾਂ ਈਵਨ ਇੰਟਰਨੈਸ਼ਨਲੀ। ਕਿਸੇ ਮੁਲਕ ਦੇ ਵਿੱਚ ਸਾਡਾ ਰੁਪਈਆ ਇਦਾਂ ਐਸ ਸੱਚ ਵੀ ਚੱਲਦਾ, ਜਿੱਦਾਂ ਅਸੀਂ ਨੇਪਾਲ ਜਾਂ ਭੂਟਾਨ ਦੀ ਗੱਲ ਕਰ ਲਈਏ, ਤਾਂ ਇਹ ਸਾਡਾ ਪੈਸਾ ਜਿਹੜਾ ਹੈ, ਹੁਣ ਸਰਕਾਰਾਂ ਜਿਹੜੀਆਂ ਨੇ ਵਰਲਡ ਵਾਈਡ ਇੱਕ ਨਵਾਂ ਰੁਝਾਨ ਸਾਡੇ ਸਾਹਮਣੇ ਆ ਰਿਹਾ ਹੈ, ਜਿੱਥੇ ਸਰਕਾਰਾਂ ਡਿਜੀਟਲ ਰੁਪਏ ਦੀ ਗੱਲ ਕਰ ਰਹੀਆਂ ਨੇ। ਇਹ ਪੈਸਾ ਜਿਹੜਾ ਸਾਡੇ ਕੋਲ ਹੈ, ਹਜੇ ਤੱਕ ਕੀ ਹੁੰਦਾ ਕਿ ਅਸੀਂ ਡੈਬਿਟ ਦੇ ਨਾਲ, ਡੈਬਿਟ ਕਾਰਡ ਦੇ ਨਾਲ, ਕ੍ਰੈਡਿਟ ਕਾਰਡ ਦੇ ਨਾਲ, ਫੋਨ ਪੇ ਜਾਂ ਪੇਟੀਐਮ, ਗੂਗਲ ਪੇ, ਇਹ ਬਹੁਤ ਸਾਰੇ ਅਲੱਗ-ਅਲੱਗ ਹਥਿਆਰ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰਕੇ ਪੈਸਾ ਜਿਹੜਾ ਹੈ ਅਸੀਂ ਪੇਮੈਂਟ ਅਦਾਇਗੀ ਕਰ ਦਿੰਦੇ ਹਾਂ, ਜਿਹੜੀ ਵੀ ਚੀਜ਼ ਦੀ ਖਰੀਦਣੀ ਹੈ। ਛੋਟੀਆਂ ਤੋਂ ਛੋਟੀਆਂ ਵਸਤਾਂ ਦੇ ਲਈ, ਵੱਡੀਆਂ ਤੋਂ ਵੱਡੀਆਂ ਚੀਜ਼ਾਂ ਦੇ ਲਈ ਆਨਲਾਈਨ ਟ੍ਰਾਂਜੈਕਸ਼ਨਸ ਹੋ ਰਹੀਆਂ। ਹੁਣ ਸਰਕਾਰ ਜਿਹੜੀ ਹੈ ਇਸ ਤੋਂ ਇੱਕ ਕਦਮ ਹੋਰ ਅੱਗੇ ਜਾ ਰਹੀ ਹੈ, ਇਸ ਪੈਸੇ ਨੂੰ ਈ ਰੂਪੀ ਦੇ ਵਿੱਚ ਲੈ ਕੇ ਆ ਰਹੀ ਹੈ। ਈ ਰੂਪੀ ਦਾ ਮਤਲਬ ਹੋਏਗਾ ਸਾਡੇ ਕੋਲ ਇਹ ਜਿਹੜਾ ਇੱਕ
ਆਪਸ਼ਨ ਹੈਗੀ ਹੈ ਸਾਡੇ ਕੋਲ ਕਿ ਅਸੀਂ ਪੈਸਾ ਫਿਜ਼ੀਕਲ ਫਾਰਮ 'ਚ ਵੀ ਦੇ ਸਕਦੇ ਹਾਂ ਜਾਂ ਅਸੀਂ ਪੈਸਾ ਜਿਹੜਾ ਹੈ ਉਹਨੂੰ ਆਨਲਾਈਨ ਫਾਰਮ ਦੇ ਵਿੱਚ ਵੀ ਦੇ ਸਕਦੇ, ਉਹ ਖਤਮ ਹੋ ਜਾਏਗਾ। ਇੱਕੋ ਹੀ ਆਪਸ਼ਨ ਰਹਿ ਜਾਏਗੀ ਆਨਲਾਈਨ ਦੀ। ਮੇਰੇ ਕੋਲ ਪੈਸਾ ਮੈਂ ਸਿਰਫ ਆਨਲਾਈਨ ਹੀ ਦਊਂਗਾ, ਜਿਹੜੀ ਮੈਨੂੰ ਤਨਖਾਹ ਮਿਲਣੀ ਹੈ ਉਹ ਵੀ ਆਨਲਾਈਨ ਹੀ ਆਣੀ, ਕਿਸੇ ਬਿਜ਼ਨਸਮੈਨ ਨੂੰ ਜਿਹੜਾ ਪ੍ਰੋਫਿਟ ਮਿਲਣਾ ਉਹ ਵੀ ਆਨਲਾਈਨ ਹੀ ਆਣਾ ਹੈ। ਤਾਂ ਇਹ ਜਿਹੜਾ ਹੈ ਇਹਦੇ ਵਿੱਚ ਫਰਕ ਆਏਗਾ। ਜਿਹੜੀ ਮੈਂ ਗੱਲ ਕਹੀ ਹੈ ਵੀ ਆਨਲਾਈਨ ਹੋ ਜਾਏਗਾ ਸਾਰਾ ਸਿਸਟਮ, ਪੈਸੇ ਮਿਲਣੇ ਵੀ ਆਨਲਾਈਨ ਹੈ, ਤੁਹਾਨੂੰ ਪੈਸੇ ਹਾਰਡ ਕੈਸ਼ ਦੇ ਵਿੱਚ ਮਿਲਣਾ ਹੀ ਨਹੀਂ ਹੈ। ਤੁਹਾਨੂੰ 50 ਦਾ ਜਾਂ 100 ਦਾ ਜਾਂ 500 ਦਾ ਜਾਂ 2000 ਦਾ ਨੋਟ ਜਿਹੜਾ ਹੈ ਉਹ ਮਿਲਣਾ ਹੀ ਨਹੀਂ ਹੈ, ਤੁਹਾਨੂੰ ਮਿਲਣਾ ਹੀ ਆਨਲਾਈਨ ਹੈ। ਜਦੋਂ ਤੁਹਾਡੇ ਕੋਲ ਪੈਸਾ ਆਏਗਾ ਹੀ ਆਨਲਾਈਨ ਤਾਂ ਤੁਸੀਂ ਖਰਚੋਗੇ ਵੀ ਆਨਲਾਈਨ ਹੀ। ਇਹ ਇਦਾਂ ਦਾ ਇੱਕ ਮੈਕੈਨਿਜ਼ਮ ਸਰਕਾਰ ਲੈ ਕੇ ਆ ਰਹੀ ਹੈ ਜਿਹਦਾ ਨਾਮ ਡਿਜੀਟਲ ਰੂਪੀ ਹੈਗਾ। ਇਹਨੂੰ ਸਰਕਾਰ ਨੇ 1 ਨਵੰਬਰ ਨੂੰ ਟੈਸਟਿੰਗ ਫੇਜ਼ ਦੇ ਵਿੱਚ ਲਾਗੂ ਕੀਤਾ। ਪਹਿਲਾਂ 9 ਬੈਂਕਾਂ ਨੂੰ ਲੈ ਕੇ ਸਰਕਾਰ ਨੇ ਕਿ ਇਹ 9 ਬੈਂਕ ਜਿਹੜੇ ਹੈ, ਜਿਹੜੀਆਂ ਸਰਕਾਰੀ ਪ੍ਰਤੀਭੂਤੀਆਂ ਨੇ, ਜਿਹੜੀ ਸਰਕਾਰ ਦੀਆਂ ਸਿਕਿਉਰਿਟੀਜ਼ ਨੇ, ਉਹਨਾਂ ਦੀ ਪਰਚੇਜ਼ ਜਾਂ ਸੇਲ ਕਰਨਗੇ। ਇੱਕ ਬੈਂਕ ਦੂਜੇ ਤੋਂ ਖਰੀਦੇਗਾ ਜਾਂ ਦੂਸਰਾ ਬੈਂਕ ਤੀਸਰੇ ਨੂੰ ਵੇਚੇਗਾ। ਇਹ ਸਾਰਾ ਇੱਕ ਜਿਹੜਾ ਸਿਸਟਮ ਹੈਗਾ ਇਹਨੂੰ ਬਣਾਇਆ ਜਾ ਰਿਹਾ, ਇਹਨੂੰ ਟੈਸਟਿੰਗ ਫੇਜ਼ ਦੇ ਵਿੱਚ ਅਜੇ ਲੈ ਕੇ ਆਉਂਦਾ ਜਾ ਰਿਹਾ, ਜਿੱਥੇ ਪੈਸੇ ਦੀ ਵਰਤੋਂ ਜਿਹੜੀ ਹੋਏਗੀ ਫਿਜ਼ੀਕਲ ਫਾਰਮ 'ਚ ਨਹੀਂ ਹੋਏਗੀ, ਸਿਰਫ ਆਨਲਾਈਨ ਫਾਰਮ 'ਚ ਹੋਏਗੀ। ਸਾਡੇ ਦੇਸ਼ ਵਿੱਚ ਐਜੂਕੇਸ਼ਨ ਲੈਵਲ ਤੁਸੀਂ ਜਾਣਦੇ ਹੋ ਭਾਰਤ ਦੇ ਵਿੱਚ ਕੀ ਹੈ। ਆਮ ਲੋਕਾਂ ਨੂੰ ਕੀ ਪਤਾ ਹੈ ਡਿਜੀਟਲ ਕੀ ਹੈ? ਪਿੰਡਾਂ ਦੇ ਵਿੱਚ ਬੈਠੇ ਲੋਕ, ਉਹਨਾਂ ਨੂੰ ਕੁਝ ਵੀ ਨਹੀਂ ਪਤਾ, ਉਹਨਾਂ ਨੂੰ ਮੋਬਾਈਲ ਹੈਂਡਲ ਨਹੀਂ ਕਰਨਾ ਆਉਂਦਾ, ਤੇ ਕਿੱਥੋਂ ਇਹ ਕਰਨਗੇ ਡਿਜੀਟਲ ਬੈਂਕਿੰਗ ਐਂਡ ਆਲ ਦੈਟ। ਮੈਂ ਕੋਈ ਇਹ ਨਹੀਂ ਕਿ ਮੈਂ ਪਿੱਛੇ ਖਿੱਚਣ ਵਾਲਾ ਬੰਦਾ ਜਾਂ ਮੈਂ ਕੋਈ ਬੈਕਵਰਡ ਸੋਚ ਵਾਲਾ ਬੰਦਾ, ਪਰ ਮੈਂ ਸਭ ਸੋਚ ਨੂੰ ਸਾਹਮਣੇ ਰੱਖ ਕੇ ਚੱਲਦਾ ਕਿ ਪੜ੍ਹੇ ਲਿਖੇ ਬੰਦਿਆਂ ਕੋਲੋਂ ਹੈਂਡਲ ਨਹੀਂ ਹੁੰਦੀਆਂ ਇਹ ਚੀਜ਼ਾਂ। ਔਰ ਅਸੀਂ ਦੇਖਦੇ ਹਾਂ ਕਿ ਕਿੰਨੇ ਹੈਕਰਸ ਬੈਠੇ ਨੇ, ਕਿੰਨਾ ਕੁਝ ਹੁੰਦਾ ਪਿਆ, ਕਿੰਨੀ ਸਿਕਿਉਰਿਟੀ ਦੇ ਬਾਵਜੂਦ ਵੀ ਘਪਲੇ ਹੁੰਦੇ ਨੇ, ਠੱਗੀਆਂ ਵੱਜਦੀਆਂ ਨੇ। ਜੋ ਇਹ ਡਿਜੀਟਲੀ ਹੁੰਦਾ ਹੈ, ਡਿਜੀਟਲ ਬੈਂਕਿੰਗ ਐਂਡ ਆਲ ਦੈਟ, ਜੋ ਇੰਟਰਨੈਟ ਬੈਂਕਿੰਗ ਹੁੰਦੀ ਹੈ, ਅਸੀਂ ਸਾਰੇ ਦੇਖਦੇ ਪਏ ਹਾਂ। ਪਰ ਅੱਜ ਕੱਲ੍ਹ ਸਭ ਕੁਝ ਮਾਡਰਨ ਹੋ ਗਿਆ। ਕਿਸੇ ਵੀ ਦੁਕਾਨ 'ਤੇ ਜਾਓ ਸਕੈਨਰ ਪਏ ਹੋਏ ਨੇ। ਇੱਥੋਂ ਤੱਕ ਕਿ ਵਿਆਹ ਦੇ ਵਿੱਚ ਵੀ ਮੈਂ ਦੇਖਿਆ ਜਿਹੜਾ ਢੋਲ ਵਜਾਉਣ ਵਾਲਾ ਢੋਲੀ ਹੈ ਨਾ, ਉਹਨੇ ਵੀ ਆਪਣੇ ਢੋਲ ਦੇ ਉੱਤੇ ਆਪਣਾ ਨੰਬਰ ਲਾਇਆ ਹੋਇਆ, ਉੱਥੇ ਵੀ ਸਕੈਨ ਕਰਕੇ ਲੋਕ ਡਿਜੀਟਲੀ ਸ਼ਗਨ ਉਹਨੂੰ ਟ੍ਰਾਂਸਫਰ ਕਰਦੇ ਪਏ ਨੇ। ਮੋਬਾਈਲ ਫੋਨ ਲੈ ਕੇ ਜਾਂਦੇ ਨੇ, ਆਪਣਾ ਮੋਬਾਈਲ ਫੋਨ ਮੁੰਡੇ ਕੁੜੀ ਦੇ ਉੱਤੋਂ ਇੱਦਾਂ ਫੇਰਦੇ ਨੇ ਜਿਵੇਂ ਨੋਟ ਫੇਰੀਦੇ ਨੇ, ਤੇ ਉਸ ਤੋਂ ਬਾਅਦ ਡਿਜੀਟਲੀ ਮਨੀ ਟ੍ਰਾਂਸਫਰ ਕਰਦੇ ਨੇ। ਸੋ ਇਹ ਵੀ ਹੋ ਰਿਹਾ। ਔਰ ਮੈਂ ਇਹ ਸੋਚਦਾ ਕਿ ਭਾਰਤ ਦੇ ਵਿੱਚ ਜਿਹੜੀ ਜਨਸੰਖਿਆ ਕਿੰਨੀ ਜ਼ਿਆਦਾ ਹੈ ਔਰ ਕੀ ਐਜੂਕੇਸ਼ਨ ਦਾ ਲੈਵਲ ਹੈ, ਗਰੀਬੀ ਹੈ, ਲੋਕ ਪੁਲਾਂ ਥੱਲੇ ਰਹਿੰਦੇ ਪਏ ਨੇ। ਹੁਣ ਉੱਥੇ ਡਿਜੀਟਲ ਬੈਂਕਿੰਗ ਐਂਡ ਆਲ ਦੈਟ ਐਂਡ ਈ ਮਨੀ, ਅਸੀਂ ਯੂਰਪੀਅਨ ਦੇਸ਼ਾਂ ਦੇ ਸੁਪਨੇ ਦੇਖਦੇ ਹਾਂ, ਪਰ ਅਸੀਂ ਆਪਣੇ ਦੇਸ਼ ਦੀ ਹਾਲਤ ਨੂੰ ਨਹੀਂ ਦੇਖਦੇ ਪਏ। ਭਿਖਾਰੀਆਂ ਦੀ ਗਿਣਤੀ ਕਿੰਨੀ ਵੱਧਦੀ ਪਈ ਹੈ ਮੰਦਰਾਂ ਦੇ ਬਾਹਰ, ਗੁਰਦੁਆਰਿਆਂ ਦੇ ਬਾਹਰ। ਤੁਸੀਂ ਦੇਖਦੇ ਹੋ ਹੁਣ ਉਹਨਾਂ ਨੂੰ ਕੋਈ ਸਕੈਨਰ ਦਿਓਗੇ ਤੁਸੀਂ ਭੀਖ ਦੇਣ ਵਾਸਤੇ, ਤਾਂ ਮਨੀ ਟ੍ਰਾਂਸਫਰ ਹੋਏਗੀ, ਉਹਨਾਂ ਦਾ ਅਕਾਊਂਟ ਖੋਲੋਗੇ, ਕੀ ਕਰੋਗੇ ਤੁਸੀਂ? ਮਤਲਬ ਇਹ ਸਾਰੀਆਂ ਸਥਿਤੀਆਂ ਦੇਖੋ, ਕਿਉਂਕਿ ਸਰਕਾਰ ਕਿੰਨਾ ਕੁ ਸੰਭਾਲਦੀ ਹੈ ਸਾਡੇ ਦੇਸ਼ ਦੇ ਵਿੱਚ ਗਰੀਬਾਂ ਨੂੰ, ਭਿਖਾਰੀਆਂ ਨੂੰ, ਜੋ ਮੁਹਤਾਜ ਹੋ ਜਾਂਦੇ ਨੇ, ਜੋ ਅਪਾਹਿਜ ਹੋ ਜਾਂਦੇ ਨੇ, ਕਿੰਨਾ ਕੁ ਸੰਭਾਲਦੀ ਅਸੀਂ ਸਾਰੇ ਦੇਖਦੇ ਹਾਂ। ਮਿਲ ਜੁਲ ਕੇ ਸਮਾਜ ਹੀ ਉਹਨਾਂ ਵਾਸਤੇ ਸਾਰਾ ਕੰਮ ਕਰਦਾ ਹੈ, ਕਿਉਂਕਿ ਇਹ ਜਿਹੜੇ ਵੱਡੇ ਵੱਡੇ ਮੰਤਰੀ ਸਰਕਾਰਾਂ 'ਚ ਬੈਠੇ ਨੇ, ਇਹਨਾਂ ਨੂੰ ਤਾਂ ਆਪਣੇ ਘਪਲਿਆਂ ਤੋਂ ਵੇਲ ਨਹੀਂ ਹੈ, ਆਪਣੀ ਰਾਜਨੀਤੀ ਤੋਂ ਵੇਲ ਨਹੀਂ ਹੈ। ਕਿਹੜੀ ਸਰਕਾਰ ਸਿੱਟਣੀ ਹੈ ਤੇ ਕਿਹੜੀ ਸਰਕਾਰ ਬਣਾਉਣੀ ਹੈ, ਇਹ ਤਾਂ ਇੱਧਰ ਹੀ ਲੱਗੇ ਹੋਏ ਨੇ। ਆਮ ਲੋਕਾਂ ਦੀ ਕੀ ਗੱਲ ਕਰੀਏ? ਇਹ ਡਿਜੀਟਲ ਜਿਹੜਾ ਖੇਡਣਾ ਹੈ, ਇਹ ਤੇ ਜਿਹੜੇ ਵੱਡੇ ਲੋਕ ਨੇ ਨਾ, ਇਲੀਟ ਪੋਲਿਟਿਕਸ ਆ, ਇਹ ਉਹਨਾਂ ਦਾ ਹਿੱਸਾ ਲੱਗਦਾ ਹੈ। ਕਿ ਜਿਵੇਂ ਆਪਾਂ ਕਹਿੰਦੇ ਹਾਂ ਨਾ, 2 ਭਾਰਤ ਹੈਗੇ ਨੇ, ਇੱਕ ਤਾਂ ਭਾਰਤ ਹੈ, ਇਹ ਇੰਡੀਆ ਹੈ। ਜਿਹੜਾ ਇੰਡੀਆ ਹੈ ਨਾ, ਇਹ ਉਹਦਾ ਹਿੱਸਾ ਲੱਗਦਾ, ਭਾਰਤ ਦਾ ਹਿੱਸਾ ਨਹੀਂ ਲੱਗਦਾ। ਵਾਟ ਡੂ ਯੂ ਸੇ ਰਾਜੀਵ ਜੀ? ਨਹੀਂ, ਤੁਹਾਡੀ ਗੱਲ ਬਿਲਕੁਲ ਕਿਸੇ ਹੱਦ ਤੱਕ ਠੀਕ ਹੈ ਵੀ ਹਜੇ ਟੈਸਟਿੰਗ ਫੇਜ਼ ਦੇ ਵਿੱਚ ਜਾਂ ਸ਼ੁਰੂਆਤੀ ਤੌਰ ਤੇ ਜਦੋਂ ਇਹ ਕਰੰਸੀ ਆਏਗੀ ਤਾਂ ਉਹ ਜਿਹੜੀ ਹੈ ਸਾਰੇ ਲੋਕ ਉਹਨੂੰ ਅਡਾਪਟ ਨਹੀਂ ਕਰ ਸਕਣਗੇ। ਇੱਕ ਰਾਦਰ ਇਨਇਕੁਐਲਿਟੀ ਸਾਨੂੰ ਨਜ਼ਰ ਆਏਗੀ। ਇੱਕ ਡਿਜੀਟਲ ਪਾੜਾ ਜਿਹੜਾ ਹੈ ਉਹ ਸਾਡੇ ਸਾਹਮਣੇ ਆਏਗਾ, ਜਿਹਦੇ 'ਚ ਕੁਝ ਲੋਕ ਤਾਂ ਇਸ ਕਰੰਸੀ ਨੂੰ ਯੂਜ਼ ਕਰ ਰਹੇ ਹੋਣਗੇ। ਜਿਹੜੀ ਪੜ੍ਹੀ ਲਿਖੀ ਕਲਾਸ ਹੈ, ਜਿੱਦਾਂ ਤੁਸੀਂ ਗੱਲ ਕੀਤੀ ਹੈ, ਉਹ ਲੋਕ ਤਾਂ ਡਿਜੀਟਲ ਕਰੰਸੀ ਦਾ ਯੂਜ਼ ਕਰ ਰਹੇ ਹੋਣਗੇ। ਲੇਕਿਨ ਹੌਲੀ ਹੌਲੀ ਕੀ ਹੋਏਗਾ ਕਿ ਆਉਣ ਵਾਲੇ 1 ਦਸ਼ਕ ਦੇ ਵਿੱਚ, ਆਉਣ ਵਾਲੇ ਜਿਹੜੇ 10 ਸਾਲ ਨੇ, ਇਹਨਾਂ ਦੇ ਵਿੱਚ ਅਲਟੀਮੇਟਲੀ ਪੈਸਾ ਜਿਹੜਾ ਫੇਜ਼ ਆਊਟ ਹੋ ਜਾਏਗਾ। ਜਿਹੜਾ ਪੈਸਾ, ਜਿਹੜਾ ਹਾਰਡ ਪੈਸਾ ਹੈ, ਇਹਨੇ ਫੇਜ਼ ਆਊਟ ਹੋ ਜਾਣਾ। ਸਰਕਾਰਾਂ ਨੇ ਇਹਨੂੰ ਫੇਜ਼ ਆਊਟ ਕਰ ਲੈਣਾ, ਸਰਕਾਰਾਂ ਨੇ ਆਪਣੇ ਕੋਲ ਲੈ ਜਾਣਾ। ਉਹਦੇ ਕਾਰਨ ਹੈ, ਉਹਦੇ ਕਈ ਕਾਰਨ ਨੇ ਜਿਹਨੂੰ ਆਪਾਂ ਅੱਗੇ ਡਿਸਕਸ ਕਰਦੇ ਹਾਂ, ਐਡਰੈਸ ਕਰਦੇ ਹਾਂ, ਜਿਹਦੇ ਕਰਕੇ ਸਰਕਾਰਾਂ ਜਿਹੜੀਆਂ ਨੇ ਕੰਪੈਲਡ ਨੇ ਵੀ ਪੈਸਾ ਜਿਹੜਾ ਹੈ ਉਹਨੂੰ ਫਿਜ਼ੀਕਲ ਫਾਰਮ 'ਚ ਨਾ ਜਾਰੀ ਕੀਤਾ ਜਾਵੇ ਔਰ ਉਹਨੂੰ ਆਨਲਾਈਨ ਫਾਰਮ ਦੇ ਵਿੱਚ ਹੀ ਜਾਰੀ ਕੀਤਾ ਜਾਵੇ।
आई थिंक जो मेरा अनुमान है अपना कि ਇਹਦੇ ਵਿੱਚ ਕੋਈ ਗੇਮ ਹੈ ਔਰ ਸਰਕਾਰਾਂ ਮਨੀ ਨੂੰ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੀਆਂ ਨੇ। ਪੂਰੀ ਤਰ੍ਹਾਂ ਪੈਸਾ ਉਹਨਾਂ ਦੇ ਕੰਟਰੋਲ 'ਚ ਹੋਣਾ ਚਾਹੀਦਾ ਹੈ ਕਿਉਂਕਿ ਸਭ ਕੁਝ ਡਿਜੀਟਲ ਹੀ ਹੈ। ਮੰਨ ਲਓ ਤੁਸੀਂ ਪੈਸਾ ਕਢਵਾਉਣ ਗਏ, ਤੁਹਾਡੀ ਜੇਬ 'ਚ ਕੋਈ ਰੁਪਈਆ ਨਹੀਂ, ਅੱਗੋਂ ਉਹ ਕੋਈ ਆਬਜੈਕਸ਼ਨ ਲੱਗ ਜਾਂਦਾ ਕਿ ਤੁਹਾਡਾ ਕੋਡ ਸਹੀ ਨਹੀਂ ਹੈ, ਤੁਹਾਡਾ ਇਹ ਆਬਜੈਕਸ਼ਨ, ਤੁਹਾਡਾ ਇਹ ਆਬਜੈਕਸ਼ਨ, ਤੁਸੀਂ ਆਪਣਾ ਪੈਸਾ ਹੀ ਨਹੀਂ ਕਢਵਾ ਸਕਦੇ ਪਏ ਬੈਂਕ 'ਚੋਂ ਬਿਕੋਜ਼ ਆਫ ਸਮ ਆਬਜੈਕਸ਼ਨ, ਔਰ ਤੁਹਾਨੂੰ ਬਹੁਤ ਲੋੜ ਹੈ ਉਸ ਵਕਤ, ਕੀ ਕਰੋਗੇ? मेरा ख्याल है ये सब कुछ सरकारां अपने कंट्रोल च करन वास्ते ऑल ओवर द वर्ल्ड शायद एक प्लैनिंग होवे, क्योंकि कहा जाता कि जदों तुसी किसी दी रोटी अपने कंट्रोल च कर लैंदे हो तो वह तुहाडा गुलाम हो जाता। तो इस तरह जो पैसा गवर्नमेंट्स अपने कंट्रोल च कर लैंदियां ने, मतलब रोटी आम लोगों की कंट्रोल च कर लैंदियां ने, तो आम लोग गुलाम हो जाएंगे। ये गुलामी वाले एक कदम हो सकता है। कुछ एक्सपर्ट से मनते हैं जिहड़े बड़े गहरा सोचते हैं ना, ये जिस तरह कंट्रोलिंग ग्रिड जो पूरी जनता ਨੂੰ कंट्रोल करके अपने वस ਵਿੱਚ ਰੱਖਣ ਵਾਸਤੇ एक गेम है, एक औजार है। व्हाट डू यू से? ਖੰਨਾ ਸਾਹਿਬ, ਇਹਦੇ ਚ ਦੋ ਚੀਜ਼ਾਂ ਆਣਗੀਆਂ ਜੀ। ਇੱਕ ਤਾਂ ਪੁਆਇੰਟ ਤੁਹਾਡਾ ਬਿਲਕੁਲ ਠੀਕ ਹੈ ਕਿ ਇਹ ਲੋਕਾਂ ਦੇ ਉੱਤੇ ਇਹਦੀ ਸਪਾਈਂਗ ਹੋ ਸਕੇਗੀ। ਲੋਕਾਂ ਦੀ ਸਪਾਈਂਗ ਨਾਲੋਂ ਵੀ ਜੇ ਆਪਾਂ ਇਹ ਕਰੀਏ ਕਿ ਲੋਕਾਂ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਸਰਕਾਰਾਂ ਦੇ ਹੱਥ 'ਚ ਹੋਏਗੀ। ਆਪਾਂ ਉਸ ਕਨਕਲੂਜਨ ਤੇ ਪਹੁੰਚਣ ਤੋਂ ਪਹਿਲਾਂ, ਕਿਉਂਕਿ ਸਾਡੇ ਦਰਸ਼ਕਾਂ ਨੂੰ ਆਪਾਂ ਇਹ ਵੀ ਦੱਸੀਏ ਵੀ ਕਿਸ ਤਰੀਕੇ ਦੇ ਨਾਲ ਹੋਏਗਾ, ਕਿ ਇਹਦੀ ਵਰਕਿੰਗ ਕੀ ਹੋਏਗੀ, ਇਹਦਾ ਮਾਡਲ ਕੀ ਹੋਏਗਾ, ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਕੇਂਦਰੀ ਬੈਂਕ ਦੇ ਕੋਲ ਹੋ ਜਾਏਗੀ। ਤੁਹਾਡੇ ਕੋਲ 1 ਰੁਪਈਆ ਉਹਦੀ ਵੀ ਜਾਣਕਾਰੀ ਹੋਏਗੀ, ਜੇ ਤੁਹਾਡੇ ਕੋਲ 1 ਕਰੋੜ ਰੁਪਈਆ ਉਹਦੀ ਵੀ ਜਾਣਕਾਰੀ ਹੋਏਗੀ। ਆਪਾਂ ਇਹਨੂੰ ਮੈਂ ਵਿਸਥਾਰ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰਦਾ ਜੀ। ਹਜੇ ਤੱਕ ਦਾ ਸਾਡਾ ਜਿਹੜਾ ਮਾਡਲ ਹੈ ਖੰਨਾ ਸਾਹਿਬ, ਹੁੰਦਾ ਕੀ ਹੈ ਕਿ ਹਜੇ ਤੱਕ ਅਸੀਂ ਡਿਜੀਟਲ ਪੇਮੈਂਟ ਕਰਦੇ ਹਾਂ। ਡਿਜੀਟਲ ਪੇਮੈਂਟ ਦਾ ਮਤਲਬ ਹੈ ਜਿਹੜਾ ਕੇਂਦਰੀ ਬੈਂਕ ਹੈ ਹਿੰਦੁਸਤਾਨ ਦਾ ਜਾਂ ਕਿਸੇ ਵੀ ਵਰਲਡ ਦੇ ਵਿੱਚ, ਉਹ ਪੈਸਾ ਜਿਹੜਾ ਹੈ ਲਿਆ ਕੇ ਕਮਰਸ਼ੀਅਲ ਬੈਂਕਸ ਦੇ ਵਿੱਚ ਪਾ ਦਿੰਦਾ। ਜਿੰਨੇ ਵੀ ਸਾਡੇ ਕਮਰਸ਼ੀਅਲ ਬੈਂਕ ਨੇ, स्टेट बैंक ऑफ इंडिया, यस बैंक, ICICI, HDFC है, पंजाब नैशनल बैंक है, चाहे वो सरकारी खेतर का बैंक है या वो निजी खेतर का बैंक है, ਉਹਦੇ ਚ ਲਿਆ ਕੇ ਰਿਜ਼ਰਵ ਬੈਂਕ ਪੈਸਾ ਪਾ ਦਿੰਦਾ ਹੈ। ਉਹ ਪੈਸਾ ਸਾਡੇ ਖਾਤਿਆਂ ਦੇ ਵਿੱਚ ਹੁੰਦਾ ਹੈ। ਖੰਨਾ ਸਾਹਿਬ ਦੇ ਖਾਤੇ ਦੇ ਵਿੱਚ XYZ ਅਮਾਉਂਟ ਹੈਗਾ, ਰਾਜੀਵ ਖੋਸਲਾ ਦੇ ਖਾਤੇ ਦੇ ਵਿੱਚ ਇੰਨਾ ਅਮਾਉਂਟ ਹੈਗਾ, ਕਿਸੇ ਹੋਰ ਬੰਦੇ ਦੇ ਇਹ ਜਿਹੜਾ ਪਰਸਨ ਹੈ ਉਹਦੇ ਅਕਾਊਂਟ ਦੇ ਵਿੱਚ ਇੰਨਾ ਪੈਸਾ ਹੈ। ਜੇ ਆਪਾਂ ਬੜੇ ਸੌਖੇ ਸ਼ਬਦਾਂ ਦੇ ਵਿੱਚ ਚੱਲੀਏ ਖੰਨਾ ਸਾਹਿਬ, ਤੁਹਾਡੇ ਕੋਲ ਮੈਂ ਇੱਕ ਉਦਾਹਰਨ ਦੇ ਤੌਰ ਤੇ ਲੈਣਾ, 100 ਰੁਪਈਆ ਹੈਗਾ, ਤੁਸੀਂ ਉਹ 100 ਰੁਪਈਆ ਤੁਹਾਡੇ ਕੋਲ ਬੈਂਕ ਦੇ ਵਿੱਚ ਪਿਆ। ਬੈਂਕ ਨੇ ਤੁਹਾਨੂੰ ਅੱਗੇ ਕਈ ਤਰ੍ਹਾਂ ਦੇ ਜਿਹੜੀਆਂ ਅਪੋਰਚੁਨਿਟੀਜ਼ ਦਿੱਤੀਆਂ ਹੋਈਆਂ। ਇੱਕ ਤਾਂ ਤੁਸੀਂ ਬਈ ਚੈੱਕ ਦੇ ਨਾਲ ਪੇਮੈਂਟ ਕਰ ਸਕਦੇ ਹੋ, ਜਿਹੜਾ ਪੁਰਾਣਾ ਮੈਥਡ ਸਾਡਾ 50-70 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਦੂਜਾ ਤਰੀਕਾ ਜਿਹੜਾ ਹੈ, ਤੁਹਾਨੂੰ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਦਿੱਤੇ ਹੈ ਵੀ ਤੁਸੀਂ ਕਾਰਡ ਨੂੰ ਸਵਾਈਪ ਕਰੋਗੇ ਤਾਂ ਤੁਹਾਡਾ ਪੈਸਾ ਤੁਹਾਡੇ ਅਕਾਊਂਟ ਦੇ ਵਿੱਚੋਂ ਦੀ ਨਿਕਲ ਜਾਏਗਾ। ਤੀਸਰਾ ਜਿਹੜਾ ਹੁਣ ਲੇਟੈਸਟ ਆ ਗਈਆਂ, ਇਹ ਹੈਗੀਆਂ ਫਿਨਟੈਕ ਕੰਪਨੀਆਂ, ਜਿਹੜੀਆਂ ਕਹਿੰਦੇ ਨੇ ਫਾਈਨੈਂਸ਼ੀਅਲ ਟੈਕਨੋਲੋਜੀ ਜਿਹੜੀਆਂ ਯੂਜ਼ ਕਰਦੀਆਂ, ਗੂਗਲ ਪੇ ਜਾਂ ਫੋਨ ਪੇ ਜਾਂ ਜਿਹੜੀ ਪੇਟੀਐਮ ਨੇ, ਇਹ ਕੰਪਨੀਆਂ ਕੀ ਕਰਦੀਆਂ, ਸਾਡੇ ਬੈਂਕ ਦੇ ਨਾਲ ਜੁੜੀਆਂ ਹੋਈਆਂ। ਸਾਡਾ ਜਦੋਂ ਅਸੀਂ ਪੇਮੈਂਟ ਕਰਦੇ ਹਾਂ ਸਾਡੇ ਖਾਤੇ 'ਚ ਉਹਨੇ ਪੈਸੇ ਕੱਟ ਜਾਂਦੇ ਆ। ਤਾਂ ਇਹ ਕੁਝ ਮਾਧਿਅਮ ਨੇ ਜਿਹਦੇ ਨਾਲ ਅਸੀਂ ਹਾਰਡ ਕੈਸ਼ ਦੀ ਜਗ੍ਹਾ ਡਿਜੀਟਲ ਪੇਮੈਂਟ ਕਰ ਲੈਂਦੇ ਹਾਂ। ਅਜੇ ਤੱਕ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਰਕਾਰਾਂ ਨੇ ਵਰਲਡ ਓਵਰ ਸਿਰਫ ਡਿਜੀਟਲ ਪੇਮੈਂਟਸ ਦੀ ਗੱਲ ਕੀਤੀ ਹੈ। ਸਾਨੂੰ ਅਲੱਗ-ਅਲੱਗ ਤਰੀਕੇ ਦੱਸੇ ਹੋਏ ਆ, ਸਾਨੂੰ ਅਲੱਗ-ਅਲੱਗ ਰਸਤੇ ਦੱਸੇ ਹੋਏ ਆ ਜਿਹਦੇ ਨਾਲ ਅਸੀਂ ਡਿਜੀਟਲ ਪੇਮੈਂਟ ਕਰਦੇ ਹਾਂ। ਹੁਣ ਸਵਾਲ ਆਉਂਦਾ ਵੀ ਇਹ ਤਾਂ ਸੀਗੀਆਂ ਡਿਜੀਟਲ ਪੇਮੈਂਟਸ, ਜਿਹੜੀਆਂ ਅਦਾਇਗੀਆਂ ਜਿਹੜੀਆਂ ਅਸੀਂ ਆਨਲਾਈਨ ਕਰ ਲੈਂਦੇ ਅਲੱਗ-ਅਲੱਗ ਸਰੋਤਾਂ ਤੋਂ। ਹੁਣ ਸਵਾਲ ਇੱਥੇ ਉੱਠਦਾ ਫਿਰ ਈ ਰੁਪੀ ਕੀ ਕਰੇਗਾ ਆ ਕੇ, ਜਾਂ ਡਿਜੀਟਲ ਰੁਪਈਆ ਕੀ ਹੋਏਗਾ। ਹੁਣ ਹੋਣਾ ਏਦਾਂ ਹੈ ਕਿ ਰਿਜ਼ਰਵ ਬੈਂਕ ਨੇ ਸਿੱਧਾ ਪੈਸਾ ਛਾਪ ਕੇ ਬੈਂਕਾਂ ਨੂੰ ਨਹੀਂ ਦੇਣਾ। ਬੈਂਕਾਂ ਵਾਲਾ ਵਿੱਚੋਂ ਮੀਡੀਅਮ ਜਿਹੜਾ ਉਹ ਨਿਕਲ ਜਾਏਗਾ। ਬੈਂਕਾਂ ਦਾ ਕੰਮ ਹੁੰਦਾ ਸਾਡੇ ਤੋਂ ਪੈਸਾ ਡਿਪੋਜ਼ਿਟ ਕਰ ਲਿਆ, ਪੈਸੇ ਜਿਹੜੇ ਡਿਪੋਜ਼ਿਟ ਅਸੀਂ ਬੈਂਕ 'ਚ ਜਮ੍ਹਾਂ ਕਰਤਾ ਤਾਂ ਜੋ ਪੈਸਾ ਪਿਆ ਉਹਨੂੰ ਚੱਕ ਕੇ ਅੱਗੇ ਜਿਹੜਾ ਕਰਜ਼ੇ ਲੈਣ ਆਇਆ ਉਹਨੂੰ ਪੈਸਾ ਕਰਜ਼ੇ ਦੇ ਦਿੱਤਾ, ਤੇ ਦੋਨਾਂ ਦੇ ਜਿਹੜਾ ਵਿਆਜ ਲੈਣਾ ਤੇ ਦੇਣਾ ਉਹਦੇ ਵਿਚਕਾਰ ਜੋ ਅੰਤਰ ਹੈ ਉਹ ਬੈਂਕ ਦੀ ਇਨਕਮ ਹੁੰਦੀ ਹੈ। ਹੁਣ ਉਹ ਜਿਹੜਾ ਸਿਸਟਮ ਹੈ ਉਹ ਚੇਂਜ ਹੋਣ ਵਾਲਾ ਹੈ। ਬੈਂਕਾਂ ਵਿੱਚੋਂ ਦੀ ਜਿਹੜੀਆਂ ਮਿਡਲਮੈਨ ਦਾ ਕੰਮ ਕਰਦੀਆਂ ਸੀ, ਇੰਟਰਮੀਡੀਏਰੀ ਦਾ ਕੰਮ ਕਰਦੀਆਂ ਸੀ, ਉਹ ਖਤਮ ਹੋ ਜਾਣਗੀਆਂ। ਹੁਣ ਕੀ ਹੋਏਗਾ, ਕੇਂਦਰੀ ਬੈਂਕ ਸਿੱਧਾ
ਜਿਹੜੇ ਡਿਜੀਟਲ ਕੋਡ ਤੁਹਾਨੂੰ ਕੋਇਨਸ ਦੇਗਾ। ਤੁਹਾਡੇ ਕੋਲ ਜੇ 100 ਰੁਪਈਆ ਹੈ ਤਾਂ ਉਹ ਸਿੱਧਾ ਡਿਜੀਟਲ ਰਿਜ਼ਰਵ ਬੈਂਕ ਤੋਂ ਤੁਹਾਡੇ ਕੋਲ ਆ ਜਾਏਗਾ। ਤੁਹਾਨੂੰ ਤੁਹਾਡਾ ਖਾਤਾ ਵੀ ਰਿਜ਼ਰਵ ਬੈਂਕ ਕੋਲ ਹੀ ਹੋਏਗਾ। ਇਹ ਵੀ ਪੋਸੀਬਿਲਿਟੀ ਹੈ, ਬੈਂਕ ਦਾ ਕੋਈ ਰੋਲ ਹੀ ਨਾ ਹੋਵੇ, ਇੱਥੇ ਤੱਕ ਦੀ ਪੋਸੀਬਿਲਿਟੀ ਬਣ ਰਹੀ ਹੈ, ਕਿਉਂਕਿ ਬੈਂਕਾਂ ਦਾ ਤਾਂ ਕੰਮ ਹੀ ਖਤਮ ਹੋ ਗਿਆ ਹੁਣ। ਤਾਂ ਇੱਕ ਚੀਜ਼ ਤਾਂ ਸਰਕਾਰਾਂ, ਇਹ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ, ਮੈਂ ਉਸ ਪੁਆਇੰਟ ਤੇ ਆ ਰਿਹਾ। ਇੱਕ ਤਾਂ ਸਰਕਾਰਾਂ ਨੇ ਜਿਹੜਾ ਬੈਂਕਾਂ ਤੋਂ ਖਹਿੜਾ ਛਡਾ ਲਿਆ, ਜਿਹੜਾ ਸਰਕਾਰਾਂ ਦੇ ਉੱਤੇ ਇੰਨਾ ਖਰਚਾ ਪੈਂਦਾ ਬੈਂਕਾਂ ਨੂੰ ਖੋਲ੍ਹਣਾ, ਬੈਂਕਾਂ ਦੀਆਂ ਬ੍ਰਾਂਚਿਸ, ਉੱਥੇ EMPLOYE ਜਿਹੜਾ ਉਹਨੂੰ ਲੈ ਕੇ ਆਉਣਾ, ਫਿਰ ਪੈਸਾ ਜਿਹੜਾ ਤਬਦੀਲ ਕਰਨਾ ਬੈਂਕਾਂ ਤੱਕ, ਸਿਕਿਉਰਿਟੀ ਦੇ ਥਰੂ ਜਾਂਦਾ ਉਹ ਪੈਸਾ, ਇਹ ਸਾਰਾ ਜਿਹੜਾ ਖਰਚਾ ਹੈ ਸਰਕਾਰਾਂ ਨੇ ਆਪਣਾ ਬਚਾ ਲਿਆ। ਇੱਕ ਚੀਜ਼ ਤਾਂ ਇਹ। ਦੂਜਾ ਜਿਹੜਾ ਹੁਣ ਪੁਆਇੰਟ ਹੈ ਕਿ ਸਾਡੀ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਬੈਂਕ ਦੇ ਕੋਲ ਹੈ। ਖੰਨਾ ਸਾਹਿਬ ਦੇ ਕੋਲ 100 ਰੁਪਏ ਹੈ, ਕਿਹੜੇ ਵੇਲੇ 110 ਹੁੰਦੇ ਹੈ, ਕਿਹੜੇ ਵੇਲੇ 90 ਰੁਪਏ ਹੁੰਦੇ ਨੇ, ਉਹ ਬੈਂਕ ਦੇ ਕੋਲ ਜਾਣਕਾਰੀ ਹੋਏਗੀ ਪੂਰੀ। ਤਾਂ ਅਸੀਂ ਦੋ ਪਾਸੇ ਜਿਹੜਾ ਹੈ ਸਾਨੂੰ ਇਹਦੀ ਮਾਰ ਪੈ ਸਕਦੀ ਹੈ। ਇੱਕ ਤਾਂ ਸਾਡੀਆਂ ਨੌਕਰੀਆਂ ਜਾ ਸਕਦੀਆਂ ਨੇ, ਜਿੱਦਾਂ ਬੈਂਕਿੰਗ ਖੇਤਰ ਜਿਹੜਾ ਹੈ ਜੇ ਉਹ ਸ਼ਰਿੰਕ ਕਰ ਜਾਂਦਾ। ਦੂਸਰੀ, ਤੁਹਾਡੀ ਜਿਹੜੀ ਸਾਰੀ ਜਾਣਕਾਰੀ ਹੈ ਉਹ ਰਿਜ਼ਰਵ ਬੈਂਕ ਦੇ ਕੋਲ ਹੈ, ਔਰ ਕੱਲ ਨੂੰ ਜਦੋਂ ਬੈਂਕਾਂ ਨਹੀਂ ਹੋਣਗੀਆਂ, ਉਹਨਾਂ 'ਚ ਕੰਪੀਟੀਸ਼ਨ ਨਹੀਂ ਹੋਏਗਾ, ਤਾਂ ਹੋ ਸਕਦਾ ਤੁਹਾਨੂੰ ਵਿਆਜ ਹੀ ਨਾ ਮਿਲੇ। ਬੈਂਕਾਂ, ਜਿਹੜੀ ਕੇਂਦਰੀ ਬੈਂਕ ਹੈ, ਜਦੋਂ ਉਹਨੇ ਕਰਜ਼ਾ ਦੇਣਾ ਹੈ ਉਹ ਵਿਆਜ ਜ਼ਰੂਰ ਚਾਰਜ ਕਰੇਗੀ, ਲੇਕਿਨ ਜਿਹੜਾ ਪੈਸਾ ਜਮ੍ਹਾਂ ਕਰਤਾ, ਜਿਹੜਾ ਪੈਸਾ ਜਮ੍ਹਾਂ ਕਰਾਏਗਾ ਰਿਜ਼ਰਵ ਬੈਂਕ ਕੋਲ, ਉਹਨੂੰ ਹੋ ਸਕਦਾ ਵਿਆਜ ਦਵੇ ਹੀ ਨਾ ਹੋ। ਤਾਂ ਇੱਕ ਪੋਸੀਬਿਲਿਟੀ ਬਣ ਕੇ ਨਿਕਲ ਰਹੀ ਹੈ ਦੋ ਤਿੰਨ ਪਾਸੇ ਦੀ। ਪਹਿਲੀ ਪੋਸੀਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਬਈ ਬੈਂਕਾਂ ਦੇ ਉੱਤੇ ਅਟੈਕ ਹੋਏਗਾ, ਬੈਂਕਾਂ ਖਤਮ ਹੋ ਜਾਣਗੀਆਂ, ਬੈਂਕਾਂ ਦਾ ਰੋਲ ਜਿਹੜਾ ਜੋ ਅਸੀਂ ਇੰਨੇ ਸਾਲਾਂ ਤੋਂ ਦੇਖ ਰਹੇ, 200 ਸਾਲ ਤੋਂ ਬੈਂਕਾਂ ਚੱਲਦੀਆਂ ਆ ਰਹੀਆਂ, ਉਹ ਖਤਮ ਹੋ ਜਾਣਗੀਆਂ ਬੈਂਕਾਂ। ਡਿਜੀਟਲ ਪੇਮੈਂਟਸ ਜਿਹੜੀਆਂ ਨੇ, ਜਿਹੜੀਆਂ ਬੈਂਕਾਂ ਨੇ ਦਿੱਤੀਆਂ ਹੋਈਆਂ ਸੀ, ਉਹ ਸਭ ਜਾਣਗੀਆਂ। ਸਿਰਫ ਫਿਨਟੈਕ ਕੰਪਨੀਜ਼ ਆ ਜਾਣਗੀਆਂ, ਅਲੱਗ-ਅਲੱਗ ਤਰ੍ਹਾਂ ਦੀਆਂ ਫਿਨਟੈਕ ਆ, ਪੇਟੀਐਮ ਔਰ ਇਹ ਜਿਹੜੀਆਂ ਫੋਨ ਪੇ ਵਰਗੀਆਂ ਕੰਪਨੀਜ਼ ਜਿਹੜੀਆਂ ਹੋਰ ਆ ਜਾਣਗੀਆਂ। ਤੀਸਰੀ ਚੀਜ਼ ਜਿਹੜੀ ਹੈ, ਸਾਡੀ ਜਾਣਕਾਰੀ ਸਾਰੀ ਬੈਂਕਾਂ ਦੇ ਕੋਲ ਹੋਏਗੀ। ਔਰ ਚੌਥੀ ਚੀਜ਼ ਜਿਹੜੀ ਹੈ ਕਿ ਬੈਂਕ ਜਿਹੜੇ ਨੇ ਸਾਨੂੰ ਵਿਆਜ ਨਾ ਦੇਣ, ਕਰਜ਼ਾ ਵਿਆਜ ਦੇ ਉੱਤੇ ਦੇਣਗੇ, ਜਿਹੜਾ ਅਸੀਂ ਜਮ੍ਹਾਂ ਰੱਖਿਆ ਹੋਇਆ ਬੈਂਕ ਦੇ ਕੋਲ ਉਹਦੇ ਤੇ ਵਿਆਜ ਨਾ ਮਿਲੇ। ਇਹ ਵੀ ਪੋਸੀਬਿਲਿਟੀ ਬਣ ਸਕਦੀ। ਫਿਰ ਜਦੋਂ ਰੇਟ ਆਫ ਇੰਟਰਸਟ ਨਹੀਂ ਮਿਲੇਗਾ, ਜਿਹੜੀਆਂ ਲੋਕਾਂ ਦੀਆਂ ਉੱਥੇ ਜਮ੍ਹਾਂ ਪੂੰਜੀਆਂ ਨੇ, FDs ਨੇ, ਹੋਰ ਤਰ੍ਹਾਂ ਦੀਆਂ ਸੇਵਿੰਗਸ ਨੇ, PPF ਹੈ, ਪਬਲਿਕ ਪ੍ਰੋਵੀਡੈਂਟ ਫੰਡ ਹੈ, ਹੋਰ ਵੀ ਕਈ ਤਰ੍ਹਾਂ ਦੀਆਂ ਨੇ ਜਿਹਦੇ ਉੱਤੇ ਗਵਰਨਮੈਂਟ ਇੰਟਰਸਟ ਦਿੰਦੀ, ਕਿਉਂਕਿ ਸਾਡਾ ਪੈਸਾ ਉਹ ਮਾਰਕੀਟ ਦੇ ਵਿੱਚ ਇਸਤੇਮਾਲ ਕਰਦੀ ਹੈ ਔਰ ਉਸ ਨੂੰ ਇਸਤੇਮਾਲ ਕਰਕੇ ਖੁਦ ਕਮਾਈ ਕਰਦੀ ਹੈ, ਉਹਦੇ ਵਿੱਚੋਂ ਕੁਝ ਹਿੱਸਾ ਸਾਨੂੰ ਇੰਟਰਸਟ ਦਿੰਦੀ ਹੈ। ਇਹਦਾ ਕੀ ਸੀਨ ਬਣੇਗਾ? ਲੋਕਾਂ ਨੂੰ ਵਿਆਜ ਨਹੀਂ ਮਿਲੇਗਾ ਉਹਨਾਂ ਦੇ ਪੈਸੇ ਦਾ, ਤੇ ਫਿਰ ਕਰਜ਼ਾ ਵੀ ਨਹੀਂ ਦਿੱਤਾ ਜਾਏਗਾ ਲੋਕਾਂ ਨੂੰ। ਇਹ ਕੀ ਸੀਨ ਬਣੇਗਾ? ਪਬਲਿਕ ਦਾ ਤੇ ਗਵਰਨਮੈਂਟ ਦਾ ਰਿਲੇਸ਼ਨ ਕੀ ਬਣੇਗਾ ਫਾਈਨੈਂਸ਼ੀਅਲ? ਕਰਜ਼ਾ ਤਾਂ ਮਿਲਦਾ ਰਹੇਗਾ ਖੰਨਾ ਸਾਹਿਬ, ਕਰਜ਼ਾ ਜ਼ਰੂਰ ਮਿਲੇਗਾ। ਹੋ ਸਕਦਾ ਕਰਜ਼ਾ ਵੱਧ ਰੇਟਾਂ ਤੇ ਮਿਲੇ। ਕਰਜ਼ਾ, ਜਿਹੜੀ ਚੀਜ਼ ਦਾ ਰੇਟ ਅੱਜ 10% ਤੇ ਮਿਲ ਰਿਹਾ, ਹੋ ਸਕਦਾ ਉਹ 12% ਤੇ ਹੋ ਜਾਵੇ, ਕਿਉਂਕਿ ਹੁਣ ਸਿਰਫ ਕੇਂਦਰੀ ਬੈਂਕ ਹੈ। ਹਜੇ ਤੱਕ ਕਰਜ਼ਾ, ਜਦੋਂ ਆਪਾਂ ਸਮਝੀਏ ਇਸ ਚੀਜ਼ ਨੂੰ, ਹਜੇ ਤੱਕ ਜਿਹੜਾ ਬੈਂਕਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਕੰਪੀਟੀਸ਼ਨ ਹੁੰਦਾ, ਪੰਜਾਬ ਨੈਸ਼ਨਲ ਬੈਂਕ ਦਾ ਜਾਂ ਪ੍ਰਾਈਵੇਟ ICICI ਬੈਂਕ ਦਾ ਜਾਂ HDFC ਬੈਂਕ ਦਾ ਜਾਂ ਸਟੇਟ ਬੈਂਕ ਦਾ, ਇਹਨਾਂ ਦਾ ਆਪਸ ਦੇ ਵਿੱਚ ਕੰਪੀਟੀਸ਼ਨ ਹੈ। ਉਹ ਕੰਪੀਟੀਸ਼ਨ ਤਾਂ ਖਤਮ ਹੋ ਗਿਆ। ਜਦੋਂ ਕੰਪੀਟੀਸ਼ਨ ਹੀ ਖਤਮ ਹੋ ਗਿਆ, ਹੁਣ ਇੱਕ ਅਧਿਕਾਰ ਹੋ ਗਿਆ, ਮੋਨੋਪੋਲੀ ਆ ਗਈ ਰਿਜ਼ਰਵ ਬੈਂਕ ਦੀ, ਉਹ ਜਿੰਨਾ ਮਰਜ਼ੀ ਵਿਆਜ ਰੱਖ ਦੇਵੇ। ਹੁਣ ਜੀਓ ਦੀ ਆਲਮੋਸਟ ਮੋਨੋਪੋਲੀ ਹੈ, ਜਾਂ ਜੀਓ ਔਰ ਏਅਰਟੈਲ ਦੋ ਹੀ ਕੰਪਨੀਆਂ ਨੇ, ਜਿੰਨਾ ਮਰਜ਼ੀ ਰੇਟ ਵਧਾਈ ਜਾਣ, ਇਹਨਾਂ ਦੇ ਉੱਤੇ ਕੋਈ ਚੈੱਕ ਥੋੜ੍ਹਾ। ਤਾਂ ਇਸੇ ਤਰੀਕੇ ਦੇ ਨਾਲ ਜੇ ਕੱਲ ਨੂੰ ਰਿਜ਼ਰਵ ਬੈਂਕ ਦੀ ਮੋਨੋਪੋਲੀ ਬਣ ਗਈ, ਤਾਂ ਰਿਜ਼ਰਵ ਬੈਂਕ ਕੁਝ ਵੀ ਵਿਆਜ ਇਹਨਾਂ ਤੋਂ ਲੈ ਸਕਦਾ। ਮੈਂ ਦੱਸਿਆ ਕਿ ਪੋਸੀਬਿਲਿਟੀ ਹੈ ਕਿ ਸਾਨੂੰ ਵਿਆਜ ਨਾ ਦੇਵੇ, ਕਿਉਂਕਿ ਉਹਨੇ ਐਲੀਮੀਨੇਟ ਕਰਤਾ ਜਿਹੜੇ ਆਪਣੀਆਂ ਜਿਹੜੀਆਂ ਕਾਸਟ ਸੀ, ਬੈਂਕਾਂ ਨੂੰ ਐਲੀਮੀਨੇਟ ਕਰਕੇ ਆਪਣੀਆਂ ਕਾਸਟ ਖਤਮ ਕਰ ਲਈਆਂ ਰਿਜ਼ਰਵ ਬੈਂਕ ਨੇ। ਪਹਿਲੀ ਚੀਜ਼। ਦੂਸਰੀ ਚੀਜ਼ ਜਿਹੜੀ ਹੈ ਇਸੇ ਕੰਟੈਕਸਟ ਦੇ ਵਿੱਚ ਕਿ ਲੋਕਾਂ ਨੂੰ ਜਮ੍ਹਾਂ ਦੇ ਉੱਤੇ ਵਿਆਜ ਨਹੀਂ ਦੇ ਰਹੇ, ਪਰ ਜਿਹੜੇ ਲੋਕ ਕਰਜ਼ੇ ਲੈਣ ਜਾ ਰਹੇ ਆ ਉਹਨਾਂ ਤੋਂ ਜ਼ਿਆਦਾ ਵਿਆਜ ਚਾਰਜ ਕਰ ਲੈਣ। ਇਹ ਪੋਸੀਬਿਲਿਟੀਜ਼ ਬਣ ਰਹੀਆਂ ਨੇ। ਹਾਂ, ਪ੍ਰੋਵੀਡੈਂਟ ਫੰਡ ਜਿਹੜਾ ਹੈਗਾ ਤੁਹਾਡਾ, ਜਾਂ ਤੁਸੀਂ 골ਡ ਦੇ ਵਿੱਚ ਕਿਤੇ ਇਨਵੈਸਟ ਕੀਤਾ, ਦੈਟ ਇਜ਼ ਯੋਰ ਇਨਵੈਸਟਮੈਂਟ, ਚੱਲਦੀ ਰਹੇਗੀ। ਪੋਸਟ ਆਫਿਸਿਸ ਦੇ ਉੱਤੇ ਥੋੜੀ ਬਹੁਤੀ ਜਮ੍ਹਾਂ ਦੇ ਉੱਤੇ ਮਿਲਦਾ ਰਹੇਗਾ, ਉਹ ਵੀ ਘਟ ਜਾਣਗੇ। ਹੁਣ ਤਾਂ ਕੀ ਹੁੰਦਾ ਵੀ ਬੈਂਕ ਜੇ 5 ਦਿੰਦਾ ਤਾਂ ਸਮਾਲ ਸੇਵਿੰਗਸ ਦੇ ਉੱਤੇ 7 ਮਿਲਦਾ, 7% ਵਿਆਜ ਮਿਲਦਾ। ਤਾਂ ਜਦੋਂ ਬੈਂਕਾਂ ਨੇ ਹੀ ਨਹੀਂ ਰਹਿਣਾ, ਤਾਂ ਫਿਰ ਤੁਹਾਨੂੰ ਵਿਆਜ ਕਿਹਦੇ ਉੱਤੇ ਮਿਲੇਗਾ? ਫਿਰ ਲੋਕ ਆਪਣਾ ਪੈਸਾ ਬੈਂਕਸ ਦੇ ਵਿੱਚ ਕਿਉਂ ਰੱਖਣਗੇ? ਕਿਉਂਕਿ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈ। ਬੈਂਕ ਸੇ ਹੋਰ ਕਿੱਥੇ ਰੱਖੋਗੇ ਤੁਸੀਂ? ਜਿਹੜਾ ਤੁਹਾਡਾ ਪੈਸਾ ਹੈ,
ਉਹਦਾ ਨੈਚੁਰਲੀ ਤੁਸੀਂ ਫਿਰ ਬੈਂਕ ਨੇ ਤੁਹਾਨੂੰ ਇਹ ਉਦੋਂ ਹੁੰਦੀਆਂ ਇਹ ਚੀਜ਼ਾਂ ਜਦੋਂ ਬੈਂਕ ਨੇ ਤੁਹਾਨੂੰ ਡਿਸਕਰੇਜ ਕਰਨਾ ਹੋਵੇ ਵੀ ਮੇਰੇ ਕੋਲੇ ਪੈਸਾ ਨਾ ਲੈ ਕੇ ਆਓ। ਜਦੋਂ ਅਸੀਂ ਵਿਆਜ ਘਟਾ ਦਿੰਦੇ ਆ, ਜਾਂ ਮੈਂ ਜਿਹੜਾ ਹਾਈਪੋਥੈਟੀਕਲ ਇੱਕ ਕੇਸ ਲਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵਿਆਜ ਨਹੀਂ ਮਿਲੇਗਾ, ਤਾਂ ਇਹਦਾ ਮਤਲਬ ਹੈ ਜਾਂ ਤਾਂ ਅਸੀਂ ਰੀਅਲ ਐਸਟੇਟ 'ਚ ਪੈਸਾ ਪਾਵਾਂਗੇ, ਜਾਂ ਸੋਨੇ ਦੇ ਵਿੱਚ ਪੈਸਾ ਪਾਵਾਂਗੇ, ਜਾਂ ਗੱਡੀਆਂ ਖਰੀਦਾਂਗੇ। ਸਾਨੂੰ ਆਲਟਰਨੇਟਿਵ ਸੋਰਸਿਸ ਜਿਹੜੇ ਹੈ, ਜਾਂ ਸਟਾਕ ਮਾਰਕੀਟ ਦੇ ਵਿੱਚ ਤਾਂ ਸੱਟੇਬਾਜ਼ੀ ਵਾਲਾ ਜਿਹੜਾ ਕੰਮ ਹੈ, ਜੇ ਬੈਂਕਾਂ 'ਚੋਂ ਸਾਨੂੰ ਸ਼ੇਅਰ ਸ਼ਾਰਟ ਇਨਕਮ ਮਿਲਦੀ ਹੈ 6% ਵਿਆਜ ਦੀ ਦਰ ਦੇ ਉੱਤੇ ਵਿਆਜ ਮਿਲੇਗਾ। ਮੈਂ 1 ਸਾਲ ਦੇ ਲਈ 100 ਰੁਪਈਆ ਬੈਂਕ 'ਚ ਪਾਉਂਦਾ 6% ਦੀ ਦਰ ਤੇ ਮੈਨੂੰ 106 ਰੁਪਈਏ ਮਿਲਣਗੇ 2023 ਦੇ ਵਿੱਚ, ਅੱਜ ਦੀ ਤਰੀਕ ਦੇ ਵਿੱਚ। ਲੇਕਿਨ ਇਹ ਖਤਮ ਹੋ ਜਾਏਗਾ ਤਾਂ ਮੇਰਾ ਪੈਸਾ ਜਿਹੜਾ ਸੱਟੇਬਾਜ਼ੀ ਦੇ ਵਿੱਚ ਜਾਏਗਾ, ਜਾਂ ਤਾਂ ਸਟਾਕ ਮਾਰਕੀਟ ਦੇ ਵਿੱਚ ਜਾਏਗਾ ਜਿੱਥੇ ਸ਼ੋਰ ਸ਼ਾਟ, ਉੱਥੇ ਸਪੈਕੂਲੇਸ਼ਨ ਹੈਗੀ ਹੈ। ਦੂਸਰੀ ਚੀਜ਼ ਹੈ ਮੇਰਾ ਪੈਸਾ ਜਾਏਗਾ ਜੀ ਰੀਅਲ ਐਸਟੇਟ ਸੈਕਟਰ ਦੇ ਵਿੱਚ, ਮਕਾਨ ਖਰੀਦਣ, ਜ਼ਮੀਨ ਖਰੀਦਣ ਦੇ ਵਿੱਚ, ਜਿੱਥੇ ਪਤਾ ਨਹੀਂ ਕਦੋਂ ਉਹਦਾ ਰੇਟ ਉੱਪਰ ਹੋਣਾ ਹੈ ਜਾਂ ਥੱਲੇ ਹੋਣਾ ਹੈ। ਮੇਰਾ ਪੈਸਾ ਸੋਨੇ ਦੇ ਵਿੱਚ ਜਾ ਸਕਦਾ, ਉਹਦਾ ਨਹੀਂ ਪਤਾ ਵੀ ਰੇਟ ਉੱਪਰ ਜਾਣਾ ਜਾਂ ਥੱਲੇ ਜਾਣਾ। ਤਾਂ ਇਹ ਜਿਹੜੀਆਂ ਐਕਟੀਵਿਟੀਜ਼ ਨੇ ਇਹ ਵਧਣ ਦਾ ਖਦਸ਼ਾ। ਅਦਰਵਾਈਜ਼ ਜੇ ਤੁਸੀਂ ਬੈਂਕ 'ਚ ਪੈਸਾ ਰੱਖਣਾ ਚਾਹੋ ਤਾਂ ਉੱਥੇ ਰੱਖ ਦਿਓ, ਔਰ ਉਹ ਓਨਾ ਹੀ ਰਹੇਗਾ ਜਿੰਨਾ ਤੁਸੀਂ ਜਮ੍ਹਾਂ ਕਰਾਇਆ ਹੈ। ਔਰ ਜਿਉਂ-ਜਿਉਂ ਮਹਿੰਗਾਈ ਵਧੇਗੀ ਉਹਦੀ ਤੇ ਸਿਕਿਉਰਿਟੀ ਭਾਵੇਂ ਮਿਲਦੀ, ਉਹਦੇ ਤੇ ਬਿਲਕੁਲ ਠੀਕ ਹੈ ਜੀ, ਉਹਦੇ ਤੇ ਸਿਕਿਉਰਿਟੀ ਜ਼ਰੂਰ ਮਿਲੇਗੀ ਪਰ ਵਿਆਜ ਕੋਈ ਨਹੀਂ ਮਿਲਣਾ। ਤਾਂ ਫਿਰ ਜਿਉਂ-ਜਿਉਂ ਇਨਫਲੇਸ਼ਨ ਵਧੇਗੀ, ਮਹਿੰਗਾਈ ਵਧੇਗੀ, ਤਿਉਂ-ਤਿਉਂ ਉਹਦੀ ਕੀਮਤ ਘਟਦੀ ਜਾਏਗੀ ਜਿਹੜਾ ਪੈਸਾ ਬੈਂਕ 'ਚ ਪਿਆ। ਬਿਲਕੁਲ ਠੀਕ ਹੈ ਜੀ। ਸੋ ਇਹ ਕੁਝ ਹੋਰ ਹੀ ਸੀਨ ਬਣਨ ਵਾਲਾ ਹੈ। ਸੋ ਇਹ ਤੁਹਾਨੂੰ ਲੱਗਦਾ ਕਿ ਸਾਰਾ ਕੁਝ ਪਬਲਿਕ ਨੂੰ ਜੋ ਸਿਕਿਉਰਿਟੀ ਚਾਹੀਦੀ ਆ, ਜੋ ਪਬਲਿਕ ਨੂੰ ਸਿਕਿਉਰਿਟੀ ਚਾਹੀਦੀ ਹੈ, ਸੋਸ਼ਲ ਸਿਕਿਉਰਿਟੀ ਚਾਹੀਦੀ ਹੈ, ਇਹ ਉਹਦੇ ਵੱਲ ਸਹੀ ਕਦਮ ਹੈ? ਕਿਤੇ ਲੋਕ ਨਾਰਾਜ਼ ਤਾਂ ਨਹੀਂ ਹੋ ਜਾਣਗੇ ਆਉਣ ਵਾਲੀ ਸਮੇਂ ਦੇ ਵਿੱਚ ਸਰਕਾਰਾਂ ਤੋਂ? ਦੇਖੋ ਇਹ ਵਰਲਡ ਓਵਰ ਹੋ ਰਿਹਾ, ਇਹ ਕੋਈ ਇਦਾਂ ਨਹੀਂ ਹੈ ਕਿ ਹਿੰਦੁਸਤਾਨ ਦੇ ਵਿੱਚ ਖਾਲੀ ਹੋ ਰਿਹਾ। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਮੈਂ ਕੋਟ ਵੀ ਕਰ ਦਿੰਦਾ। ਮਾਰਚ 2022 ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਅਟਲਾਂਟਿਕ ਕਾਉਂਸਲ ਹੈਗੀ ਆ, ਉਹਨੇ ਇੱਕ ਰਿਪੋਰਟ ਜਾਰੀ ਕਰਕੇ ਕਿਹਾ ਵੀ 87 ਮੁਲਕਾਂ ਦੇ ਵਿੱਚ ਉਸ ਵੇਲੇ ਮਾਰਚ ਤੱਕ, ਹੁਣ ਤਾਂ 7-8 ਮਹੀਨੇ ਹੋਰ ਅੱਗੇ ਦਾ ਟਾਈਮ ਹੋ ਗਿਆ, ਤਾਂ 87 ਮੁਲਕਾਂ ਦੇ ਵਿੱਚ ਡਿਜੀਟਲ ਕਰੰਸੀ ਨੂੰ ਲੈ ਕੇ ਗੱਲਬਾਤ ਜਾਂ ਐਕਸਪੈਰੀਮੈਂਟਸ ਸ਼ੁਰੂ ਹੋ ਗਏ ਸਨ। 9 ਮੁਲਕ ਇਦਾਂ ਦੇ ਨੇ, ਛੋਟੇ ਛੋਟੇ 9 ਮੁਲਕ ਹੈ, ਜਿਨ੍ਹਾਂ ਦੇ ਵਿੱਚ ਇੱਕ ਬਹਾਮਾਸ ਹੈ, ਇੱਕ ਨਾਈਜੀਰੀਆ ਹੈ, ਕੈਰੀਬੀਅਨ ਜਿਹੜੇ ਵੈਸਟ ਇੰਡੀਅਨਸ ਜਿਹਨੂੰ ਕਹਿੰਦੇ ਆ ਉਸ ਪਾਸੇ ਦੇ 7 ਮੁਲਕ ਉੱਥੇ ਦੇ ਨਿੱਕੇ ਨਿੱਕੇ ਟਾਪੂ ਨੇ ਜਿੱਥੇ ਇਹ ਕਰੰਸੀ ਸ਼ੁਰੂ ਹੋ ਗਈ ਹੈ। ਇਹ ਸਰਕਾਰਾਂ ਦੀ ਮਜਬੂਰੀ ਵੀ ਹੈ। ਖੰਨਾ ਸਾਹਿਬ, ਜਿੰਨੀਆਂ ਇਹ ਵਾਲੀਆਂ ਫਿਨਟੈਕ ਕੰਪਨੀਆਂ ਨੇ ਇਹ ਕਬਜ਼ਾ ਕਰ ਰਹੀਆਂ ਨੇ ਰੁਪਈਏ ਦੇ ਉੱਤੇ, ਬੈਂਕਾਂ ਦਾ ਰੋਲ ਜਿਹੜਾ ਘਟਦਾ ਜਾ ਰਿਹਾ ਹੈ ਔਰ ਹੋਰ ਘਟਣ ਦੀ ਉਮੀਦ ਹੈ, ਕਿਉਂਕਿ ਸਾਡੇ ਬੈਂਕ ਉਨੀ ਸਪੀਡ ਦੇ ਉੱਤੇ ਕੰਮ ਨਹੀਂ ਕਰ ਸਕਦੇ ਜਿੰਨੀ ਸਪੀਡ ਦੇ ਉੱਤੇ ਫਿਨਟੈਕ ਕੰਪਨੀਆਂ ਆ ਗਈਆਂ, ਛੋਟੇ ਛੋਟੇ ਸਟਾਰਟਅਪਸ ਆ ਕੇ ਆਪਣਾ ਕੰਮ ਸ਼ੁਰੂ ਕਰ ਰਹੇ ਨੇ, ਜਿਹਦੇ ਕਰਕੇ ਜਿਹੜਾ ਸਾਡਾ ਕਨਵੈਨਸ਼ਨਲ ਮੈਥਡ ਹੈ, ਜਿਹੜਾ ਸਾਡਾ ਜੱਦੀ ਤਰੀਕੇ ਦੇ ਨਾਲ ਜਿੱਥੇ ਅਸੀਂ ਪੈਸਾ ਖਰਚਦੇ ਆ, ਪਾਉਂਦੇ ਆ, ਜਮ੍ਹਾਂ ਕਰਦੇ ਆ, ਉਹ ਚੇਂਜ ਹੋ ਰਿਹਾ। ਦੇयर इज getting a complete transformation। ਔਰ ਇਸ ਟਰਾਂਸਫੋਰਮੇਸ਼ਨ ਦੇ ਵਿੱਚ ਇੱਕ ਤਾਂ ਰਿਸਕ ਜ਼ਿਆਦਾ, ਜੋਖਮ ਜ਼ਿਆਦਾ ਹੈ। ਦੂਜਾ, ਕੁਝ ਜਿਹੜੀ ਸਾਡੀਆਂ ਰਿਜ਼ਰਵ ਬੈਂਕ ਦੇ ਐਕਟ ਦੇ ਅੰਡਰ ਵੀ ਇਹ ਜਿਹੜੀਆਂ ਗਤੀਵਿਧੀਆਂ ਨੇ, ਫਾਈਨੈਂਸ਼ੀਅਲ ਗਤੀਵਿਧੀਆਂ ਨੇ, ਆਰਥਿਕ ਗਤੀਵਿਧੀਆਂ ਨੇ, ਇਹ ਰਿਜ਼ਰਵ ਬੈਂਕ ਦੇ ਅੰਡਰ ਨਹੀਂ ਆਉਂਦੀਆਂ। ਰਿਜ਼ਰਵ ਬੈਂਕ ਦਾ ਇਹਨਾਂ ਦੇ ਉੱਤੇ ਕੰਟਰੋਲ ਨਹੀਂ ਹੈ। ਤਾਂ ਇਸ ਕਰਕੇ ਰਿਜ਼ਰਵ ਬੈਂਕਾਂ ਦੇ ਲਈ ਵੀ ਇਹ ਮਜਬੂਰੀ ਵੀ ਬਣ ਗਈ ਹੈ ਕਿ ਉਹ ਜਿਹੜਾ ਕਰੰਸੀ ਹੈ ਉਹਦੀ ਡਿਜੀਟਾਈਜੇਸ਼ਨ ਕਰਨ। ਫਿਰ ਇੱਕ ਕ੍ਰਿਪਟੋ ਦਾ ਇੱਕ ਹੋਰ ਰੋਲ ਆ ਜਾਂਦਾ। ਕ੍ਰਿਪਟੋ ਜਿਹੜੀ ਹੈ ਉਹ ਵੀ ਇਸ ਤਰੀਕ ਨੂੰ ਇਸ ਚੀਜ਼ ਨੂੰ ਖੋਰਾ ਲਾ ਰਹੀ ਹੈ। ਲੋਕਾਂ ਨੇ ਪੈਸਾ ਚੱਕ ਕੇ ਕ੍ਰਿਪਟੋ ਦੇ ਵਿੱਚ ਪਾਤਾ, ਉਹਦੇ 'ਚ ਨਜ਼ਰ ਹੀ ਨਹੀਂ ਆਉਂਦਾ ਕਿਹਦਾ ਪੈਸਾ ਕਿਹਦੇ 'ਚ ਹੈ, ਕਿੰਨਾ ਪੈਸਾ ਹੈ, ਕੋਈ ਪਤਾ ਨਹੀਂ ਉਹਦਾ ਕ੍ਰਿਪਟੋ ਦਾ। ਉਹ ਅਗੇਨ ਇੱਕ ਸੱਟੇਬਾਜ਼ੀ ਹੈ। ਹਾਲਾਂਕਿ ਡਿਜੀਟਲ ਕਰੰਸੀ ਵੀ ਸੇਮ ਬਲੌਕਚੇਨ ਟੈਕਨੀਕ ਦੇ ਉੱਤੇ ਕੰਮ ਕਰੇਗੀ ਜਿਸ ਦੇ ਉੱਤੇ ਕ੍ਰਿਪਟੋ ਕੰਮ ਕਰਦੀ ਹੈ। ਰੁਪਈਆ ਸਾਡਾ ਹਿੰਦੁਸਤਾਨ ਦਾ ਉਸੇ ਟੈਕਨੀਕ ਦੇ ਨਾਲ ਕੰਮ ਕਰੇਗਾ ਜਿਸ ਦੇ ਉੱਤੇ ਕ੍ਰਿਪਟੋ ਕੰਮ ਕਰਦੀ। ਪਰ ਸਾਨੂੰ ਇੱਕ ਬਹੁਤ ਇੰਪੋਰਟੈਂਟ ਚੀਜ਼ ਇੱਥੇ ਦੇਖਣੀ ਪਏਗੀ ਕਿ ਜਿਹੜਾ ਰੁਪਈਆ ਹੈ ਇਹ ਤਾਂ ਲੈਜੀਟੀਮੇਟ ਹੈਗਾ, ਲੀਗਲ ਇੱਕ ਟੈਂਡਰ ਹੈ ਸਾਡੇ ਹੱਥਾਂ ਦੇ ਵਿੱਚ। ਸਰਕਾਰ ਨੇ ਇੱਕ ਕਾਨੂੰਨੀ ਤਰੀਕੇ ਨਾਲ ਦਿੱਤੀ ਹੋਈ ਇੱਕ ਮੁਦਰਾ ਹੈ। ਪਰ ਕ੍ਰਿਪਟੋ ਜਿਹੜੀ ਹੈ ਇਲੀਗਲ ਕਰੰਸੀ ਹੈ। ਉਹ ਤਾਂ ਤੁਸੀਂ ਜਾਂ ਮੈਂ ਛਾਪਤੀ, ਉਹਨੂੰ ਚੱਕ ਕੇ ਨਾ ਤੀਸਰਾ ਬੰਦਾ ਜਿਹੜਾ ਉਹਨੂੰ ਯੂਜ਼ ਕਰ ਰਿਹਾ ਉਹਨੂੰ ਨਹੀਂ ਪਤਾ ਵੀ ਅਸੀਂ ਆਪਸ ਦੇ ਵਿੱਚ ਕੀ ਸਮਝੌਤਾ ਕੀਤਾ, ਉਹਨੂੰ ਅਸੀਂ ਕਿੰਨੇ ਦੀ ਦੇ ਰਹੇ ਹਾਂ, ਉਹਨੂੰ ਅਸੀਂ 500 ਦੀ ਦੇ ਰਹੇ ਹਾਂ, ਉਹਨੂੰ 5 ਲੱਖ ਦੀ ਦੇ ਰਹੇ ਹਾਂ, ਉਹਨੂੰ 5 ਕਰੋੜ ਦੀ ਦੇ ਰਹੇ ਹਾਂ, ਉਹਨੂੰ ਨਹੀਂ ਪਤਾ ਤੀਸਰੇ ਬੰਦੇ ਨੂੰ। ਕ੍ਰਿਪਟੋ ਦੇ ਵਿੱਚ ਤਾਂ ਪੂਰਾ ਹੀ
ਜਿਹੜਾ ਹੈ ਟਰਾਂਸਪੇਰੈਂਸੀ ਇਸ਼ੂਜ਼ ਨੇ, ਔਰ ਉੱਥੇ ਸਮੱਸਿਆ ਜਿਹੜੀ ਹੈ ਇਲੀਜੀਟੀਮੇਟ ਕਰੰਸੀ ਦੀ ਹੈ, ਵੀ ਪੈਸਾ ਜਿਹੜਾ ਹੈ ਉਹਦਾ ਕੋਈ ਅਤਾ ਪਤਾ ਨਹੀਂ ਹੈ, ਕਾਲਾ ਧਨ ਉੱਥੇ ਉਮੀਦ ਹੈ, ਜਾਂ ਟੈਰਰਿਸਟ ਐਕਟੀਵਿਟੀਜ਼ ਦੇ ਲਈ ਪੈਸਾ ਜਿਹੜਾ ਜਾ ਰਿਹਾ, ਇਹ ਉਮੀਦ ਹੈ, ਉਹਦੇ ਚ ਖਦਸ਼ਾ ਹੈ ਕਿ ਉਹਦੇ ਜਾ ਰਿਹਾ, ਨਾਟ ਇਨ ਡਿਜੀਟਲ ਕਰੰਸੀ। ਡਿਜੀਟਲ ਕਰੰਸੀ ਦੇ ਵਿੱਚ ਨਹੀਂ ਹੈ। ਡਿਜੀਟਲ ਤਾਂ ਇਹਨੂੰ ਕਾਬੂ ਕਰਨ ਦੇ ਲਈ ਸਰਕਾਰ ਨੇ ਇੱਕ ਕਰੰਸੀ ਬਣਾਈ ਹੈ, ਵੀ ਇਹਨਾਂ ਚੀਜ਼ਾਂ ਜਿਹੜੀਆਂ ਇਦਾਂ ਦੀਆਂ ਪ੍ਰਾਈਵੇਟ ਜਿਹੜੀਆਂ ਕਰੰਸੀਜ਼ ਦਾ ਦੌਰ ਚੱਲ ਪਿਆ, ਇਹਨਾਂ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਕਾਬੂ ਕਰੇ ਸਰਕਾਰ, ਇਸ ਕਰਕੇ ਸਰਕਾਰ ਡਿਜੀਟਲ ਕਰੰਸੀ ਲੈ ਕੇ ਆ ਰਹੀ ਹੈ। ਔਰ ਕਿਤੇ ਨਾ ਕਿਤੇ ਇਹ ਵੀ ਚੀਜ਼ ਹੈ ਕਿ ਇੱਕ ਸਿਸਟਮ ਥੋੜਾ ਹੋਰ ਕੰਪਲੈਕਸ ਹੋਣ ਵਾਲਾ ਹੈ, ਕਿਉਂਕਿ ਜਦੋਂ ਇੱਕ ਫਿਜ਼ੀਕਲ ਕਰੰਸੀ ਇਸ਼ੂ ਕੀਤੀ ਜਾਂਦੀ ਹੈ, ਉਦੋਂ ਇੱਕ ਕਰੰਸੀ ਤੁਹਾਡੇ ਕੋਲ ਹੈ ਕਿ ਗਵਰਨਮੈਂਟ ਨੇ ਕਿੰਨਾ ਪੈਸਾ ਛਾਪਿਆ, ਕਿੰਨਾ ਡੈਫਿਸਿਟ ਫਾਈਨੈਂਸਿੰਗ ਹੋਈ, ਠੀਕ ਹੈ ਨਾ, ਇਹ ਸਭ ਚੀਜ਼ਾਂ ਦੇਖੇ ਜਾਂਦਾ ਹੈ ਕਿ ਗਵਰਨਮੈਂਟ ਦੇ ਕੋਲ ਗੋਲਡ ਕਿੰਨਾ ਹੈ, ਉਹਦੇ ਅਗੇਂਸਟ ਕਿੰਨੀ ਕਰੰਸੀ ਛਾਪੀ ਹੈ, ਜਾਂ ਕਰੰਸੀ ਵਾਧੂ ਛਾਪ ਦਿੱਤੀ ਜਿਸ ਕਰਕੇ ਮਹਿੰਗਾਈ ਵੱਧ ਗਈ। ਪਰ ਇੱਥੇ ਤੇ ਜਦੋਂ ਕਰੰਸੀ ਨਹੀਂ ਹੈ ਤਾਂ ਇੱਕ ਫਿਗਰ ਹੈਗੀ ਹੈ, ਇੱਕ ਨੰਬਰ ਹੈ ਤੁਹਾਡੇ ਅਕਾਊਂਟ 'ਚ ਮੈਂਸ਼ਨ ਕੀਤਾ ਹੋਇਆ ਹੈ, ਉਹ ਨੰਬਰ ਜਿੱਦਾਂ ਮਰਜ਼ੀ ਮੈਨੂਪੂਲੇਟ ਕਰਦੇ ਰਹੋ, ਜਿਵੇਂ ਸ਼ੇਅਰ ਮਾਰਕੀਟ ਮੈਨੂਪੂਲੇਟ ਹੁੰਦੀ ਹੈ, ਬਾਕੀ ਅੰਕੜੇ ਮੈਨੂਪੂਲੇਟ ਹੁੰਦੇ ਨੇ, ਉਸੇ ਤਰ੍ਹਾਂ ਹੀ ਕਿੰਨੀ ਕਰੰਸੀ ਹੈ, ਕਿੰਨਾ ਫਾਈਨੈਂਸ ਹੈ ਗਵਰਨਮੈਂਟ ਕੋਲ, ਕਿੰਨਾ ਪਬਲਿਕ ਕੋਲ ਗਿਆ ਹੈ, ਉਹ ਸਾਰੇ ਅੰਕੜੇ ਕਿਉਂਕਿ ਫਿਗਰਸ ਨੇ, ਕੰਪਿਊਟਰ ਦੇ ਅੰਦਰ ਮੈਂਸ਼ਨ ਨਹੀਂ, ਕੋਈ ਫਿਜ਼ੀਕਲ ਕਰੰਸੀ ਹੈ ਨਹੀਂ, ਇੱਕ ਅਕਾਊਂਟ ਹੈ, ਉਹਦੇ 'ਚ ਨੰਬਰ ਨੇ, ਉਹ ਜਿਸ ਤਰ੍ਹਾਂ ਮਰਜ਼ੀ ਮੈਨੂਪੂਲੇਟ ਕਰਦੇ ਰਹੋ, ਸਾਨੂੰ ਐਕਚੁਅਲ ਪੋਜੀਸ਼ਨ ਇਕੋਨਮੀ ਦੀ ਕਦੀ ਵੀ ਪਤਾ ਨਹੀਂ ਲੱਗ ਸਕਦੀ। आई एम राइट कि ये फैब्रिकेटेड होएगा, ये सारा मैनिपुलेटिव होएगा? नहीं खन्ना साहब, थोड़ा जिहा फर्क है जी अपना इस चीज के उत्ते। हाँ जी, सिस्टम इदां ही चलेगा, जिन्ना थोड़े को गोल्ड है, जिन्ना थोड़े को डॉलर है, सब कुछ इदां ही चलेगा, लेकिन होएगा डिजिटल फॉर्म दे विच। थोड़े को कितना सोना है, थोड़े को कितनी फॉरेन एक्सचेंज है, जो साढ़े को $550 बिलियन की फॉरेन एक्सचेंज है, वो $550 बिलियन की ही रहेगी, या $530 बिलियन जी साढ़े को फॉरेन एक्सचेंज इस वेले पई है, वो मुद्रा साढ़े को इदां ही रहेगी। जे साढ़े को डॉलर या सोना जिन्ने भी अमाउंट का है वो इदां ही रहेगा। ਅਸੀਂ ਆਪਣੀ ਕਰੰਸੀ ਉਹਦੇ ਹਿਸਾਬ ਦੇ ਨਾਲ ਹੀ ਕਰਾਂਗੇ, ਆਰਬਿਟਰੇਰੀ ਨਹੀਂ ਹੋਏਗੀ। ਇਹ ਇਦਾਂ ਨਹੀਂ ਹੈਗਾ ਵੀ ਜਿੱਦਾਂ ਮਰਜ਼ੀ ਛਾਪ ਲਓ ਜਾਂ ਜਿੰਨੀ ਮਰਜ਼ੀ ਘਟਾ ਲਓ ਵਧਾ ਲਓ, ਇਦਾਂ ਨਹੀਂ ਹੋਏਗਾ। ਸਭ ਕੁਝ ਜਿੱਦਾਂ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਚੱਲ ਰਿਹਾ ਉਦਾਂ ਹੀ ਚੱਲੇਗਾ। ਸਿਰਫ ਔਰ ਸਿਰਫ ਫਰਕ ਕੀ ਹੋਏਗਾ ਕਿ ਪੈਸੇ ਦੀ ਹਾਰਡ ਫਾਰਮ ਨਹੀਂ ਹੋਏਗੀ, ਨਾ ਡਾਲਰ ਦੀ ਹਾਰਡ ਫਾਰਮ ਹੋਏਗੀ, ਨਾ ਯੂਆਨ ਦੀ ਹਾਰਡ ਫਾਰਮ ਹੋਏਗੀ, ਨਾ ਪਾਉਂਡ ਮਿਲੇਗਾ ਤੁਹਾਨੂੰ ਹਾਰਡ ਫਾਰਮ ਦੇ ਵਿੱਚ, ਨਾ ਕੋਈ ਸਿੰਗਾਪੁਰ ਜਾਂ ਕੈਨੇਡੀਅਨ ਡਾਲਰ ਮਿਲੇਗਾ। ਕੋਈ ਵੀ ਚੀਜ਼ ਹਾਰਡ ਫਾਰਮ ਚ ਨਾ ਹੋ ਕੇ ਸਿਰਫ ਉਹਦੀ ਸੌਫਟ ਫਾਰਮ ਹੋਏਗੀ, ਉਹ ਆਨਲਾਈਨ ਰਹੇਗੀ, ਲੇਕਿਨ ਸਾਰੇ ਪਿੱਛੇ ਉਹਦੇ ਹਿਸਾਬ ਕਿਤਾਬ ਪੂਰੇ ਹੋਣਗੇ। ਇਹ ਨਹੀਂ ਹੋਏਗਾ ਕਿ ਉਹਦੇ ਬੈਲੈਂਸ ਸ਼ੀਟਸ ਨਹੀਂ ਮੈਚ ਕਰ ਰਹੀਆਂ, ਅਸੀਂ ਕਿੰਨਾ ਪੈਸਾ ਮਾਰਕੀਟ ਦੇ ਵਿੱਚ ਛੱਡ ਰਹੇ ਹਾਂ, ਮਾਰਕੀਟ ਦੇ ਵਿੱਚੋਂ ਲੈ ਰਹੇ ਹਾਂ, ਉਹਦੀ ਇੱਕ ਇੱਕ ਪੈਸੇ ਦੀ ਸਾਡੀ ਅਕਾਊਂਟੇਬਿਲਿਟੀ ਹੋਏਗੀ। ਉਹ ਪਾਰਦਰਸ਼ਤਾ ਦੇ ਪੱਖੋਂ ਤਾਂ ਹੋਰ ਵੀ ਜ਼ਿਆਦਾ ਵਧੀਆ ਹੈ ਕਿ ਪਾਰਦਰਸ਼ੀ ਹੋ ਜਾਏਗਾ, ਸਾਰਾ ਕੰਮ ਜ਼ਿਆਦਾ ਟਰਾਂਸਪੇਰੈਂਟ ਹੋ ਜਾਏਗਾ। ਲੇਕਿਨ ਜਿਹੜਾ ਮੇਨ ਜਿੱਥੇ ਮੈਨੂੰ ਨਿੱਜੀ ਤੌਰ ਤੇ ਮੈਨੂੰ ਲੱਗਦਾ ਵੀ ਘਾਤਕ ਸਿੱਧ ਹੋ ਸਕਦੀ ਹੈ, ਉਹ ਦੋ ਪੁਆਇੰਟਸ ਹੈ। ਇੱਕ ਤਾਂ ਕਿ ਜਿਹੜਾ ਬੈਂਕਾਂ ਦੇ ਉੱਤੇ ਖੋਰਾ ਲੱਗ ਸਕਦਾ, ਬੈਂਕਾਂ ਦੇ ਉੱਤੇ ਪੂਰਾ ਹੁੰਝਾ ਲੱਗ ਸਕਦਾ ਹਰ ਤਰੀਕੇ ਦੇ ਨਾਲ। ਇੱਕ ਦੂਜੀ ਸਾਡੀ ਜਿਹੜੀ ਜਾਣਕਾਰੀ ਹੈ ਉਹ ਸਾਰੀ ਸੈਂਟਰਲ ਬੈਂਕ ਦੇ ਕੋਲ ਹੋਏਗੀ। ਹੁਣ ਉੱਥੇ ਜੇ ਸੈਂਟਰਲ ਬੈਂਕ ਹੀ ਹੈਕ ਹੋ ਜਾਂਦਾ, ਜੇ ਜਿੱਦਾਂ ਜਿਹੜੇ ਹੈਕਰਸ ਨੇ ਅਸੀਂ ਆਮ ਦੇਖਦੇ ਹਾਂ ਅਮਰੀਕਾ ਦੇ ਵਿੱਚ ਜਿਹੜੀਆਂ ਸਭ ਤੋਂ ਜ਼ਿਆਦਾ ਪ੍ਰੋਟੈਕਟਡ ਬੋਡੀਜ਼ ਨੇ ਉਹ ਤੱਕ ਹੈਕ ਹੋ ਜਾਂਦੀਆਂ, ਤੇ ਜੇ ਹੈਕਰਸ ਜਿਹੜੇ ਨੇ ਉਹਦੇ ਤੇ ਅਟੈਕ ਕਰ ਜਾਂਦੇ ਨੇ, ਫਿਰ ਸਾਡੀ ਜਾਣਕਾਰੀ ਜਿਹੜੀ ਹੈ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਕਿਸੇ ਬੰਦੇ ਦੇ ਅਕਾਊਂਟ ਦੇ ਵਿੱਚੋਂ ਪੈਸਾ ਹੀ ਜਿਹੜਾ ਉਹ ਸਾਰਾ ਹੀ ਉੱਡ ਗਿਆ, ਜਦੋਂ ਬਿਜਲੀ ਨਹੀਂ ਸੀ ਉਹ ਸਾਰਾ ਪੈਸਾ ਹੀ ਉੱਡ ਗਿਆ, ਤਾਂ ਇਦਾਂ ਦੀ ਸਮੱਸਿਆ ਆ ਸਕਦੀ ਹੈ। ਇਹ ਜ਼ਰੂਰ ਕਿਤੇ ਨਾ ਕਿਤੇ ਥ੍ਰੈਟਨਿੰਗ ਹੈ। ਅਪਾਰਟ ਫਰੋਮ ਕਿ ਪੈਸਾ ਚੱਲੇਗਾ ਕਿੱਦਾਂ, ਕਿਆ ਇਹ ਮੋਬਾਈਲ ਦੇ ਥਰੂ ਚੱਲੇਗਾ, ਕਿਆ ਇਹ ਸਿਰਫ ਸਾਨੂੰ ਇੱਕ ਟੋਕਨ ਦੇ ਦੇਗਾ, ਜਿੱਦਾਂ ਸਾਡੇ ਕੋਲ ਇੱਕ ਕਾਰਡ ਹੁੰਦਾ, ਕਿਆ ਉਹ ਕਾਰਡ ਨੂੰ ਲੈ ਜਾਓ, ਉਸ ਕਾਰਡ ਦੇ ਵਿੱਚ ਇੱਕ ਚਿਪ ਲੱਗੀ ਹੋਏਗੀ, ਚਿਪ ਦੇ ਵਿੱਚ ਸਾਰੀ ਜਾਣਕਾਰੀ ਹੋਏਗੀ। ਖੰਨਾ ਸਾਹਿਬ ਦੇ ਕੋਲ 100 ਰੁਪਏ ਨੇ, ਉਹਨਾਂ ਨੇ 100 ਰੁਪਏ ਕਦੋਂ ਤੋਂ ਕਦੋਂ ਤੱਕ ਮੇਨਟੇਨ ਕੀਤੇ, ਔਰ ਕਿੱਥੇ ਕਿੱਥੇ ਜੇ ਰੁਪਈਆ ਕਿਤੇ ਖਰਚੇ, 2 ਰੁਪਏ ਕਿਤੇ ਖਰਚੇ ਨੇ, ਤਾਂ ਉਹ ਕਿੱਥੇ ਕਿੱਥੇ ਖਰਚੇ ਗਏ, ਉਹ ਸਾਰੀ ਜਾਣਕਾਰੀ ਉਸ ਕ੍ਰੈਡਿਟ ਕਾਰਡ ਉਸ ਕਾਰਡ ਦੇ ਵਿੱਚ ਹੋਏਗੀ। ਔਰ ਉਹ ਕਾਰਡ ਬਿਨਾਂ ਬਿਜਲੀ ਦੇ ਵਰਤੋਂ ਦੇ ਵਿੱਚ ਆਏਗਾ। ਜਿੱਥੇ ਵੀ ਜਾਓਗੇ ਤੁਸੀਂ ਉਸ ਕਾਰਡ ਨੂੰ ਏਦਾਂ ਦਿਖਾ ਦੋਗੇ, ਤੁਹਾਡੇ ਪੈਸੇ ਕੱਟ ਜਾਣਗੇ, ਆਨਲਾਈਨ ਹੀ ਉਹਦੇ ਚ ਭਰਨਗੇ। ਜਦੋਂ ਤੁਹਾਨੂੰ ਆਣਗੇ ਪੈਸੇ, ਤੁਹਾਡੀ ਤਨਖਾਹ ਆਏਗੀ ਜਾਂ ਤੁਹਾਨੂੰ ਕੋਈ ਪ੍ਰੋਫਿਟ ਆਣਗੇ, ਉਹ ਪੈਸਾ ਆਏਗਾ ਵੀ ਆਨਲਾਈਨ ਫਾਰਮ ਦੇ ਵਿੱਚ, ਉਹਦੇ ਚ ਤੁਹਾਨੂੰ ਉਹਦੇ ਚ ਹੀ ਭਰ ਜਾਏਗਾ ਔਰ ਉੱਥੋਂ ਹੀ ਕੱਟਿਆ ਜਾਏਗਾ। ਤਾਂ ਇਦਾਂ ਲੱਗਦਾ ਵੀ
एग्जैक्टली और गल ये है कि जो भी होने जा रहा है सिस्टम दे विच बहुत ज़्यादा तब्दीलियां आउणगियां, रेट ऑफ इंटरस्ट दे विच तब्दीलियां आउणगियां, इकनॉमिक लाइफ दे विच तब्दीलियां आउणगियां, लोगों की लाइफ स्टाइल दे विच तब्दीलियां आउणगियां। हजे एकदम नहीं होएगा, समा लगेगा, हौली हौली करके सारियां चेंज होणगियां क्योंकि हजे टेस्टिंग मोड है कि किस तरह का रिस्पॉन्स पब्लिक वालों आउंदा है। पर जरूरी ये है सरकारां वास्ते कि पब्लिक नूं भी उहदे मुताबिक तैयार करन क्योंकि पब्लिक की सपोर्ट तो बिना तो सिस्टम नहीं ना चलेगा। कुछ परसेंट लोग इनू इस्तेमाल कर रहे हैं, बाकी इन्होंने पता ही नहीं कि है कि तो फिर किद्दां काम चलूगा। इस करके लोगों को एजुकेट करन, लोगों को अगे वधाउण, हर थां दे उत्ते अवेयरनेस फैले कि इस चीज़ को इस्तेमाल किवें करना है। तो नाल दी नाल जिहड़ियां समस्यावां ने, इकनॉमिक समस्यावां ने, लोगों दी सोशल समस्यावां ने, गरीबी किवें दूर करनी है, अनपढ़ता किवें दूर करनी है, नौकरियां किवें पैदा करनियां ने, देश नूं खुशहाल किवें बनाउणा है, गरीबी किवें दूर करनी है, वो समस्यावां तो उत्थे ही खड़ियां ने। भावें डिजिटल मनी आ जाए, भावें डिजिटल रुपी आ जाए, वो समस्यावां हल करनियां ही पैणगियां। कोई डिजिटल मनी आने नाल असीं कोई बहुते अगांह वधू नहीं हो जाते कि असीं बड़े मॉडर्न हो गए हैं, बड़े प्रोग्रेसिव हो गए हैं, बड़ी तरक्की याफ्ता हो गए हैं। ये तरक्की याफ्ता नाल कोई इहदा लेना देना नहीं, ये तो सिंपल ये है कि एक ट्रांजैक्शनस का मोड बदलता पिया, काम करने का तरीका बदलता पिया। समस्यावां उत्थे ही ने जो सरकारां ने हल करनियां ने, पब्लिक ने हल करनियां ने। जदों तक ये समस्यावां हल नहीं होंदियां उदों तक लोगों के जीवन दे विच सुधार नहीं आ सकता। एम आई राइट राजीव जी? एक लास्ट तुहाडे कोलों एक एडवाइस लेना चाहुंदे हां, उस तो बाद आपां वाइंड अप करदे हां। बिल्कुल ठीक है जी तुहाडी गल भी सरकारां नूं रोल आउट करन दे लई इहनूं तरीके सिर रोल आउट करना चाहिए। हालांकि सरकार ने बड़ी सियाणप कीती है, जिहड़ा पहला ਇਹਨੂੰ 9 ਬੈਂਕਾਂ ਦੇ ਨਾਲ ਹੀ ਟੈਸਟਿੰਗ ਫੇਜ਼ ਦੇ ਵਿੱਚ ਲੈ ਕੇ ਆਉਂਦਾ। 2022 ਦੇ ਬਜਟ ਦੇ ਵਿੱਚ ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ ਜੀ ਨੇ ਇਹ ਗੱਲ ਕਹੀ ਸੀ ਕਿ ਅਸੀਂ ਡਿਜੀਟਲ ਰੁਪਿਆ ਜਿਹੜਾ ਹੈ ਐਤਕੀ ਇੰਟਰੋਡਿਊਸ ਕਰ ਦਾਂਗੇ, ਔਰ ਆਪਣੀ ਕਥਨੀ ਦੇ ਹਿਸਾਬ ਦੇ ਨਾਲ ਉਹਨਾਂ ਨੇ ਐਤਕੀ ਇੰਟਰੋਡਿਊਸ ਵੀ ਕੀਤਾ, ਲੇਕਿਨ ਉਹ ਬੜੇ ਤਰੀਕੇ ਦੇ ਨਾਲ ਕੀਤਾ। ਸਾਰੀ ਸਿਫਤ ਹੈ ਸਰਕਾਰ ਦੀ ਕਿ ਸਰਕਾਰ ਨੇ ਹਜੇ ਉਹਨੂੰ ਹੋਲਸੇਲ ਦੇ ਉੱਤੇ ਕੀਤਾ, ਥੋਕ ਦੇ ਵਿੱਚ ਕੀਤਾ, ਜਿੱਥੇ ਬੈਂਕਾਂ ਦੇ ਵਿੱਚ ਬਹੁਤ ਵੱਡੇ ਅਮਾਉਂਟ ਦਾ 1 ਲੱਖ ਕਰੋੜ, 1000 ਕਰੋੜ, 100 ਕਰੋੜ ਇਦਾਂ ਦੀਆਂ ਫਿਗਰਸ ਜਿਹੜੀਆਂ ਨੇ, ਜਿਹੜੇ ਪਰਚੂਨ ਦੇ ਵਿੱਚ ਹੈ, ਜਿਹੜੀ ਆਮ ਲੋਕਾਂ ਨੇ 100 ਰੁਪਏ ਦੀ, 200 ਦੀ, 500 ਦੀ, 10,000 ਦੀ, 50,000 ਦੀ ਵਰਤੋਂ ਕਰਨੀ ਹੈ, ਉਹਦੇ ਤੇ ਹਜੇ ਸਰਕਾਰਾਂ ਨਹੀਂ ਲੈ ਕੇ ਆਈਆਂ। ਇਹ ਸਰਕਾਰ ਦੀ ਬਹੁਤ ਵੱਡੀ ਸਿਆਣਪ ਹੈ। ਜਦਕਿ ਜੇ ਅਸੀਂ ਇਹਦੇ ਵਿਪਰੀਤ ਦੇਖਦੇ ਹਾਂ ਖੰਨਾ ਸਾਹਿਬ, ਚੀਨ ਦੇ ਵਿੱਚ ਸਰਕਾਰਾਂ, ਉੱਥੇ ਦੀ ਸਰਕਾਰ ਨੇ ਲੋਕਾਂ ਨੂੰ ਲੋਟਰੀਆਂ ਦਾ ਲਾਲਚ ਦੇ ਕੇ ਇਦਾਂ ਟੈਸਟ ਕੀਤਾ। ਉੱਥੇ ਉਲਟਾ ਰਿਹਾ, ਜੋ ਅਸੀਂ ਕਰ ਰਹੇ ਹਾਂ ਟੈਸਟਿੰਗ ਇਹਦੀ, ਅਸੀਂ ਬੈਂਕਾਂ ਦੇ ਨਾਲ ਹੋਲਸੇਲ ਤੇ ਕਰ ਰਹੇ ਹਾਂ, ਜਦਕਿ ਚੀਨ ਦੇ ਵਿੱਚ ਉੱਥੇ ਦੀ ਸਰਕਾਰ ਨੇ ਡਾਇਰੈਕਟ ਲੋਕਾਂ ਦੇ ਉੱਤੇ ਕੀਤੀ ਇਹਦੀ ਟੈਸਟਿੰਗ। ਉਹ ਕਿੰਨੀ ਕੁ ਸਫਲ ਹੈ ਉਹ ਹਜੇ ਆਉਣ ਵਾਲਾ ਟਾਈਮ ਦੱਸੇਗਾ। राजीव जी थैंक यू सो मच, तुसीं साडे दर्शकों नाल इस सबजैक्ट के उत्ते गलबात की, थैंक यू सो मच। सो असीं अपने दर्शकों को कहांगे कि तुसीं भी सानू अपने विचार इनबॉक्स जरूर करो, साडा चैनल पंजाब मेल USA TV सबसक्राइब जरूर करो। सत श्री अकाल।